लद्दाख एक पीसफुल रहा और उन्होंने जदों लद्दाख नूं यूनियन टैरीटरी बनाया गया उन्होंने लगा कि वाह 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 साडे लई तां जिहड़ा असीं हुण अपनी मेजोरिटी वाले एक सूबे च होवांगे और साडा पर हालात ये हो गए ना 6-7 सालां उन्होंने देखा कि भाई साडी डेमोग्राफी भी बदली जा रही है। अजीबो गरीब काले पीले चिट्टे हरे लोग आके इत्थे वस रहे ने जिहड़ा फैक्ट्रियां लाण दे जां दूजे नां दे थल्ले उस दी जिहड़ी नैचुरल ब्यूटी है उहनूं खराब कीता जा रहा है। ਜਿਹੜੀ ਉਹਨਾਂ ਦੀ ਮੰਗ ਬੀਜੇਪੀ ਨੇ ਆਪਣਾ 2019 ਦੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਵੀ ਅਸੀਂ ਲਦਾਖ ਨੂੰ ਸਟੇਟਹੁੱਡ ਦਾ ਦਰਜਾ ਦੇਵਾਂਗੇ। ਅਸੀਂ ਜਿਹੜਾ ਸਕੈਜੂਅਲ ਸ਼ੈਡਿਊਲ ਇਹਨਾਂ ਦੇ ਇੰਡੀਅਨ ਕਨਸਟੀਟਿਊਸ਼ਨ ਦਾ ਹੈ 6th ਸ਼ੈਡਿਊਲ ਉਸ ਦੇ ਵਿੱਚ ਲਦਾਖ ਨੂੰ ਸ਼ਾਮਲ ਕਰਾਂਗੇ ਜਿਹਦੇ ਥੱਲੇ ਫਿਰ ਇਹ ਹੈ ਕਿ ਕੋਈ ਖਾਮ ਖਾ ਕੇ ਉੱਥੇ ਜ਼ਮੀਨਾਂ ਨਹੀਂ ਖਰੀਦ ਸਕਦਾ ਜਾਂ ਦੂਸਰਾ ਉਸ ਦੀ ਪਿਓਰਿਟੀ ਜਿਹੜੀ ਰਹੇਗੀ ਔਰ ਲੈਂਡ ਪ੍ਰੋਟੈਕਸ਼ਨ ਵੀ ਹੋਏਗੀ। ਹੁਣ ਉਹਨਾਂ ਨੇ ਲਦਾਖ ਨੂੰ ਤਾਂ ਸਟੇਟ ਕੀ ਬਣਾਉਣਾ ਸੀ ਉਹ ਤਾਂ ਜਿਹੜਾ ਸੁਪਰੀਮ ਕੋਰਟ 'ਚ ਮੰਨੇ ਹੋਏ ਨੇ ਕਿ ਜੰਮੂ ਕਸ਼ਮੀਰ ਨੂੰ ਅਸੀਂ ਬਹੁਤ ਜਲਦੀ ਸਟੇਟ ਦਾ ਦਰਜਾ ਦੇਵਾਂਗੇ ਉਹ ਵੀ ਨਹੀਂ ਦਿੱਤਾ ਹੈ। सोनम वांगचुक ਜਿਹੜਾ ਇੰਟਰਨੈਸ਼ਨਲ ਫਿਗਰ ਹੈ ਲੰਬੇ ਵਕਤ ਤੋਂ ਇਸ ਨੇ ਸਟਰਗਲ ਸ਼ੁਰੂ ਕੀਤੀ ਹੋਈ ਸੀ ਕਿ ਭਾਈ ਸਾਨੂੰ ਰਾਜ ਦਾ ਦਰਜਾ ਦਿਓ, ਸਾਨੂੰ ਜਿਹੜਾ ਕਨਸਟੀਟਿਊਸ਼ਨ ਦਾ ਉਹਨਾਂ ਦਾ ਸਕੈਜੂਅਲ ਹੈ 6th ਸ਼ੈਡਿਊਲ ਕਹਿੰਦੇ ਨੇ ਉੱਥੇ ਉਸ ਦੇ ਵਿੱਚ ਸ਼ਾਮਲ ਕਰੋ ਔਰ ਸਾਡੀ ਲੈਂਡ ਪ੍ਰੋਟੈਕਸ਼ਨ ਹੋਏ ਨੌਕਰੀਆਂ ਦੇ ਲਈ ਦੂਸਰਿਆਂ ਦੇ ਲਈ ਔਰ ਪੀਸਫੁਲੀ ਇੱਕ ਸਟੇਜ ਤੇ ਉਹਨਾਂ ਨੇ ਉੱਥੋਂ ਦਿੱਲੀ ਮਾਰਚ ਵੀ ਕਰਨਾ ਚਾਹਿਆ। ਉਸ ਪੀਰੀਅਡ 'ਚ ਵੀ ਉਹਨਾਂ ਨੂੰ ਰਾਜ ਫੜ ਲਿਆ ਸੀ। ਪ੍ਰਮੁੱਖ ਤੌਰ ਤੇ ਸੋਨਮ ਵਾਂਗਚੁਕ ਪੱਕਾ ਗਾਂਧੀਵਾਦੀ ਹੈ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਪਰ ਹੁਣ ਉਹਨਾਂ ਨੇ ਪਿਛਲੇ 15 ਦਿਨਾਂ ਤੋਂ ਜਿਹੜਾ ਉਹ ਮਰਨ ਵਰਤ ਰੱਖਿਆ ਹੋਇਆ ਸੀ ਇਹਨਾਂ ਮੰਗਾਂ ਨੂੰ ਲੈ ਕੇ ਕਿ ਵੀ ਅਸਰ ਹੀ ਕੋਈ ਨਹੀਂ। ਉਹ ਸਮਝਦੇ ਨੇ ਵੀ ਹੁਣ ਅਸੀਂ ਵਰਤ ਲਿਆ ਇਹਨਾਂ ਨੂੰ ਕੌਣ ਅਸੀਂ ਕੀ ਮੰਨਦੇ ਔਰ ਉਹਨਾਂ ਦੇ ਨਾਲ ਹੋਰਨਾਂ ਨੇ ਵੀ ਸਟੂਡੈਂਟਸ ਆ ਕੇ ਜਾਂ ਦੂਸਰੇ ਯੰਗਸਟਰਸ ਬੈਠੇ ਉਹਨਾਂ ਜੋ ਦੋ ਦੀ ਹਾਲਤ ਕਾਫੀ ਗੰਭੀਰ ਸੀ ਔਰ ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ। ਇਸ ਮੂਮੈਂਟ ਤੇ ਲਦਾਖ ਦੇ ਵਿੱਚ ਸੜਨ ਹੋਣਾ ਇੱਕਦਮ ਇੰਡੀਅਨ ਮਿਨਿਸਟਰਾਂ ਨੇ ਔਰ ਬੀਜੇਪੀ ਨੇ ਸਾਜ਼ਿਸ਼ ਹੁਣ ਦੱਸੋ ਇਹ ਕਿਹਦੀ ਸਾਜ਼ਿਸ਼ ਹੈ? ਚੀਨ ਦੀ ਹੈ ਜਿਹੜਾ ਲਦਾਖ ਨੂੰ ਆਪਣਾ ਹਿੱਸਾ ਮੰਨਦਾ ਹੈ ਇਨਸੈਪਰੇਬਲ ਜਾਂ ਅਮਰੀਕਾ ਦੀ ਹੈ ਜਿਹੜਾ ਅਮਰੀਕਾ ਜਾ ਕੇ ਨੇਪਾਲ 'ਚ ਵੀ ਬੈਠਾ ਹੈ ਬੰਗਲਾਦੇਸ਼ ਦੀ ਫੌਜ ਨਾਲ ਵੀ ਜੁਆਇੰਟ ਐਕਸਰਸਾਈਜ਼ਸ ਕਰ ਰਹੇ ਨੇ। ਘੱਟੋ ਘੱਟ ਪਾਕਿਸਤਾਨ ਦੀ ਤਾਂ ਨਹੀਂ ਹੈ ਕਸ਼ਮੀਰਵਾਦੀ 'ਚ ਤਾਂ ਹਿੰਸਾ ਦਾ ਨਾਂ ਪਾਕਿਸਤਾਨ ਨੂੰ ਜੋੜਿਆ ਜਾਂਦਾ। ਸੋ ਕੁੱਲ ਮਿਲਾ ਕੇ ਇਹ ਗੱਲ ਦੱਸਦੀ ਹੈ ਕਿ ਦਿੱਲੀ ਦੇ ਹਾਕਮ ਇਹ ਨਹੀਂ ਕਿ ਬੇਖਬਰ ਨੇ ਵੀ ਕੀ ਹੋ ਰਿਹਾ ਕਿਸ ਕਦਰ ਤਾਕਤ ਦੇ ਨਸ਼ੇ ਵਿੱਚ ਚੂਰ ਨੇ ਕਿ ਜਿਹੜੀ ਜ਼ਮੀਨੀ ਹਕੀਕਤ ਹੈ ਉਹਨੂੰ ਉਹ ਸਮਝਣ ਤੋਂ ਇਨਕਾਰੀ ਨੇ। ਔਰ ਜਿਸ ਲੈਵਲ ਦੇ ਉੱਤੇ ਲਦਾਖ ਦੇ ਵਿੱਚ ਇਹ ਯੰਗ ਜਨਰੇਸ਼ਨ ਖਲੋਤੀ ਹੈ ਇਹ ਬੇਸ਼ੱਕ ਦਬਾ ਲੈਣਗੇ ਕਰਫਿਊ ਲਾ ਦਿੱਤਾ ਹੈ ਤੇ ਉਹਨਾਂ ਨੂੰ ਅੰਦਰ ਸੁੱਟ ਦੇਣਗੇ ਔਰ ਸੋਨਮ ਵਾਂਗਚੁਕ ਨੂੰ ਵੀ ਗ੍ਰਿਫਤਾਰ ਪਰ ਹੁਣ ਲਦਾਖ ਦਾ ਇਹ ਪੀਸਫੁਲ ਰੀਜਨ ਵੀ ਜਿਹੜਾ ਹੈ ਇਹ ਭਾਰਤੀ ਸਰਕਾਰ ਦੀ ਨੀਤੀਆਂ ਦੀ ਬਦੌਲਤ ਇੱਕ ਹਥਿਆਰਬੰਦ ਸੰਘਰਸ਼ ਦਾ ਅੱਡਾ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 24 ਸਤੰਬਰ 2025 10/700 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਿਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ।
ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਵੱਲੋਂ। ਸੋ ਇਹਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਅਤੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਖੱਖ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ 5 ਅਗਸਤ 2019 ਨੂੰ ਜੰਮੂ ਕਸ਼ਮੀਰ ਸੂਬੇ ਤੋਂ ਅੱਡ ਕਰਕੇ ਯੂਨੀਅਨ ਟੈਰੀਟਰੀ ਵਜੋਂ ਮਾਨਤਾ ਪ੍ਰਾਪਤ ਲੱਦਾਖ ਵਿੱਚ ਇਸ ਵੇਲੇ ਹਾਲਾਤ ਕਾਬੂ ਤੋਂ ਬਾਹਰ ਹਨ। ਨੌਜਵਾਨਾਂ ਦੀ ਭੀੜ ਨੇ ਬੀਜੇਪੀ ਦਫ਼ਤਰ ਸਮੇਤ ਬਹੁਤ ਸਾਰੀਆਂ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਸੋ ਇਹ ਹਿੰਸਾ ਜਿਹੜੀ ਹੈ ਲੱਦਾਖ ਵੱਲੋਂ ਪਿਛਲੇ 6 ਸਾਲ ਤੋਂ ਕੀਤੇ ਜਾ ਰਹੇ ਅੰਦੋਲਨ ਦੀ ਸਿਖਰ ਹੈ। ਹੁਣ ਭਾਰਤ ਲੱਦਾਖ ਦੀ ਇਸ ਹਾਲਤ ਲਈ ਇਸ ਅਮਰੀਕਾ ਦੀ ਸਾਜ਼ਿਸ਼ ਦੱਸੇਗਾ ਜਾਂ ਚੀਨ ਦੀ ਜਾਂ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰ ਬਲਵਿੰਦਰ ਸਿੰਘ ਖੱਖ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਰ ਬਲਵਿੰਦਰ ਸਿੰਘ ਇਸ ਵਾਰ ਸਾਡੇ ਹੋਸਟ ਵੀ ਸਨ, ਉਹਨਾਂ ਦੇ ਵੱਲ ਹੀ ਅਸੀਂ ਰੁਕੇ ਔਰ ਲੰਬੇ ਸਮੇਂ ਤੋਂ ਪਹਿਲਾਂ ਇੱਥੇ ਨਿਊਯਾਰਕ ਰਹੇ, ਫਿਰ ਨਿਊ ਜਰਸੀ ਦੇ ਵਿੱਚ ਵੀ ਕਾਰੋਬਾਰੀ ਤੌਰ ਦੇ ਉੱਤੇ ਉਹਨਾਂ ਨੇ ਕਾਫੀ ਸਫਲਤਾ ਹਾਸਲ ਕੀਤੀ। ਪਰ ਗ੍ਰੀਨਵੁੱਡ ਇੰਡੀਆਨਾ ਜਾ ਕੇ ਉਹਨਾਂ ਨੇ ਬਹੁਤ ਤਰੱਕੀ ਕੀਤੀ ਆਪਣੇ ਕੰਮਕਾਰ ਦੇ ਸਿਲਸਿਲੇ 'ਚ। ਉਹਨਾਂ ਨੇ ਕਾਫੀ ਕਾਮਯਾਬੀ ਦੇ ਨਾਲ ਜਿਹੜਾ ਆਪਣਾ ਬਿਜ਼ਨਸ ਐਮਪਾਇਰ ਬਣਾਇਆ। ਲੇਕਿਨ ਇੱਕ ਗੱਲ ਜਿਹੜੀ ਸ਼ੁਰੂ ਤੋਂ ਨਿਊਯਾਰਕ ਤੋਂ ਨਿਊ ਜਰਸੀ ਔਰ ਇੰਡੀਆਨਾ ਤੱਕ ਰਹੀ, ਪੰਥਕ ਐਕਟਿਵਿਸਟ ਦੇ ਨਾਤੇ ਪੰਥ ਨੂੰ ਪਿਆਰ ਕਰਦੇ ਨੇ ਔਰ ਕੌਮੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਬਿਲਕੁਲ ਸਪਸ਼ਟ ਕਲੈਰਿਟੀ ਹੈ। ਔਰ ਉਹਨਾਂ ਦੀ ਬਦੌਲਤ ਹੀ ਜਦੋਂ ਮਾਈਕ ਪੈਂਸ ਜਿਹੜੇ ਬਾਅਦ 'ਚ ਟਰੰਪ ਦੀ ਪਹਿਲੀ ਟਰਮ ਵੇਲੇ ਵਾਈਸ ਪ੍ਰੈਜ਼ੀਡੈਂਟ ਬਣੇ ਟਰੰਪ ਦੇ ਨਾਲ, ਉਸ ਤੋਂ ਪਹਿਲਾਂ ਇੰਡੀਆਨਾ ਦੇ ਹੀ ਗਵਰਨਰ ਸਨ ਔਰ ਮਾਈਕ ਪੈਂਸ ਤੱਕ ਪਹੁੰਚ ਜਾਂ ਉਹਨਾਂ ਦੇ ਬ੍ਰਦਰ ਗ੍ਰੈਗ ਪੈਂਸ ਜਿਹੜੇ ਇਹਨਾਂ ਦੇ ਮਿੱਤਰ ਨੇ ਬਲਵਿੰਦਰ ਸਿੰਘ ਹੋਰਾਂ ਦੇ ਕਾਰੋਬਾਰੀ ਸਿਲਸਿਲੇ ਦੇ ਵਿੱਚ ਵੀ। ਔਰ ਮਾਈਕ ਪੈਂਸ ਜਦੋਂ ਗਵਰਨਰ ਸੀ ਔਰ ਉੱਥੇ ਪਹਿਲਾ ਨਗਰ ਕੀਰਤਨ ਵੀ ਸ਼ੁਰੂ ਹੋਇਆ ਡਾਊਨਟਾਊਨ ਔਰ ਸ਼ਹਿਰ ਦੇ ਆਲੇ ਦੁਆਲੇ, ਔਰ ਗਵਰਨਰ ਮਾਈਕ ਪੈਂਸ ਨੇ ਮਾਰਚ ਕੀਤਾ ਸੀ ਨਾਲ ਉਸ 'ਤੇ। ਔਰ ਫਿਰ ਉਸ ਤੋਂ ਬਾਅਦ ਕਿਉਂਕਿ ਉਹ ਗਵਰਨਰ ਤੋਂ ਬਾਅਦ ਕਾਂਗਰਸਮੈਨ, ਫਿਰ ਕਾਂਗਰਸਮੈਨ 'ਚੋਂ ਨਿਕਲ ਕੇ ਉਹ ਵਾਈਸ ਪ੍ਰੈਜ਼ੀਡੈਂਟ ਬਣੇ ਸੀ ਤਾਂ ਉਹਨਾਂ ਨੇ ਆਪਣੀ ਕਾਂਗਰਸ ਦੀ ਸੀਟ ਜਿਹੜੀ ਹੈ ਆਪਣੇ ਭਰਾ ਗ੍ਰੈਗ ਪੈਂਸ ਨੂੰ ਛੱਡ ਦਿੱਤੀ। ਉਹ ਵੀ ਕਾਂਗਰਸਮੈਨ ਰਹੇ, ਉਹ ਵੀ ਬੜੇ ਬੋਲਡਲੀ ਗ੍ਰੈਗ ਪੈਂਸ ਨੇ ਵੀ ਹਰ ਨਗਰ ਕੀਰਤਨ ਔਰ ਸਿੱਖੀ ਦੇ ਮੁੱਦੇ 'ਤੇ ਔਰ ਕਾਂਗਰਸ ਦੇ ਵਿੱਚ ਵੀ ਜਿਹੜਾ ਵੀ ਕੋਈ ਮੂਵ ਸਿੱਖਾਂ ਪ੍ਰਤੀ ਸੀ ਉਹਦੇ 'ਚ ਉਹ ਮੋਹਰਲੀਆਂ ਸਫਾਂ ਦੇ ਵਿੱਚ ਸਨ। ਸੋ ਇਸ ਗੱਲ ਦਾ ਧਿਆਨ ਰਹੇ, ਜਿੰਨਾ ਮੈਂ ਵੀ 4-5 ਦਹਾਕਿਆਂ ਦੇ ਆਪਣੇ ਤਜਰਬੇ ਤੋਂ ਇਹ ਸਿੱਖਿਆ ਕਿ ਅਲਟੀਮੇਟਲੀ ਸਿਆਸਤ ਦੇ ਵਿੱਚ ਵੀ ਤੁਹਾਡੇ ਪਰਸਨਲ ਕਨੈਕਸ਼ਨ ਮੈਟਰ ਕਰਦੇ ਨੇ। ਜਦੋਂ ਤੁਸੀਂ ਗੁੱਡਵਿਲ ਕਿਸੇ ਦੀ ਲੈਂਦੇ ਹੋ, ਤੁਹਾਡੇ ਤੇ ਕੋਈ ਸਿਆਸਤਦਾਨ ਟਰਸਟ ਕਰਦਾ ਹੈ, ਤੁਸੀਂ ਉਸ ਦੀ ਯੋਗ ਮਦਦ ਵੀ ਕਰਦੇ ਹੋ, ਫਾਈਨੈਂਸ਼ੀਅਲ ਪਾਰਟ ਵੀ ਇੱਕ ਵੱਡਾ ਹਿੱਸਾ ਹੁੰਦਾ ਹੈ, ਤੇ ਉਹ ਜੇ ਤੁਹਾਡਾ ਝੰਡਾ ਬਰਦਾਰ ਬਣ ਜਾਏ, ਕਿਉਂਕਿ ਇਸ ਤੋਂ ਪਹਿਲਾਂ ਵੀ ਖਾਲਿਸਤਾਨ ਦੀ ਸਟਰਗਲ 'ਚ ਲੇਟ 80s ਤੋਂ ਲੈ ਕੇ 90s ਤੱਕ ਜਿਹੜੀ ਸਭ ਤੋਂ ਮੁਖਰ ਆਵਾਜ਼ US ਕਾਂਗਰਸ ਦੇ ਵਿੱਚ ਸੀ ਉਹ ਡੈਨ ਬਰਟਨ ਦੀ ਸੀ, ਕਾਂਗਰਸਮੈਨ ਰਿਪਬਲਿਕਨ, ਔਰ ਉਹ ਇੰਡੀਆਨਾ ਤੋਂ। ਔਰ ਡਾਕਟਰ ਗੁਰਮੀਤ ਸਿੰਘ ਔਲਖ ਉਹਨਾਂ ਦੇ ਨਾਲ ਉਹਨਾਂ ਦੀ ਪਰਸਨਲ ਰੈਪੋ ਵੀ ਬੜੀ ਚੰਗੀ ਬਣੀ ਔਰ ਹਮੇਸ਼ਾ ਜਿੰਨਾ ਵੀ ਇੰਡੀਆ ਦੇ ਉੱਤੇ ਆਰਥਿਕ ਪਾਬੰਦੀਆਂ ਲਾਉਣ ਦੇ ਮਤੇ ਜਾਂ ਸਿੱਖ ਜੈਨੋਸਾਈਡ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਰਹੀ, ਉਹਦੇ 'ਚ ਡੈਨ ਬਰਟਨ ਮੁੱਖ ਤੌਰ ਦੇ ਉੱਤੇ ਸਨ। ਹਾਲਾਂਕਿ ਉਹ ਪੀਰੀਅਡ ਸੀ ਜਦੋਂ ਅਸੀਂ ਇੰਡੀਆਨਾ ਸਟੇਟ ਦੀ ਗੱਲ ਕਰਦੇ ਹਾਂ ਤੇ ਜਿਹੜੀਆਂ ਰੈੱਡ ਨੈਕ ਸਟੇਟਸ ਅਮਰੀਕਾ ਦੇ ਵਿੱਚ ਐਕਸਟ੍ਰੀਮ ਰਿਪਬਲਿਕਨ ਕੰਜ਼ਰਵੇਟਿਵ ਵੈਲਿਊਜ਼ ਵਾਲੀਆਂ ਗਿਣੀਆਂ ਜਾਂਦੀਆਂ ਨੇ, ਉਹ ਇੰਡੀਆਨਾ ਹੈ। ਔਰ ਹੁਣ ਤਾਂ ਵੱਡੀ ਗਿਣਤੀ ਸਿੱਖ ਇੰਡੀਆਨਾ 'ਚ ਜਾ ਵਸੇ ਨੇ, ਕਾਰੋਬਾਰੀ ਤੌਰ ਦੇ ਉੱਤੇ ਗੈਸ ਸਟੇਸ਼ਨਸ, ਟਰਾਂਸਪੋਰਟ, ਦੂਸਰੇ ਤੀਸਰੇ ਕੰਮ ਨੇ। ਲੇਕਿਨ ਜਦੋਂ ਡੈਨ ਬਰਟਨ ਨੇ ਆਵਾਜ਼ ਚੁੱਕੀ ਸੀ ਉਦੋਂ ਬਹੁਤ ਘੱਟ ਗਿਣਤੀ ਸੀ ਸਿੱਖਾਂ ਦੀ। ਲੇਕਿਨ ਇੰਡੀਆਨਾ, ਮਿਸ਼ੀਗਨ ਦੇ ਵਿੱਚ ਤਾਂ ਸਿੱਖ ਕਾਫੀ ਵਕਤ ਤੋਂ ਹੀ ਨੇ। ਇਸ ਵੇਲੇ ਮਿਸ਼ੀਗਨ, ਇੰਡੀਆਨਾ ਔਰ ਨਾਲ ਲੱਗਦਾ ਫਿਰ ਇਲੀਨੋਇਸ, ਇਹ ਸਾਰਿਆਂ 'ਚ ਆਵਾਜ਼ ਹੈ। ਲੇਕਿਨ ਮੈਂ ਦੇਖਦਾ ਵੀ ਇੰਡੀਆਨਾ 'ਚ ਹੁਣ ਵੀ ਜਦੋਂ
ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਹੋਇਆ ਬੀਤੇ ਸੈਚਰਡੇ, ਤੇ ਉਸ ਦੇ ਵਿੱਚ ਵੀ ਸੈਕਟਰੀ ਆਫ ਸਟੇਟ ਵੱਲੋਂ, ਕਾਂਗਰਸ ਵੱਲੋਂ, ਅਸੈਂਬਲੀਮੈਨ ਔਰ ਦੂਜੇ ਨੁਮਾਇੰਦੇ ਆਏ। ਪਿਛਲੀ ਵਾਰ ਖੁਦ ਬਹੁਤ ਸਾਰੇ ਹਾਜ਼ਰ ਹੋਏ ਸੀ। ਸੋ ਇਹਦੇ 'ਚ ਬਹੁਤ ਵੱਡਾ ਐਫਰਟ ਸਾਡੇ ਵੀਰ ਸਰ ਬਲਵਿੰਦਰ ਸਿੰਘ ਖਾਖ ਜੀ ਦਾ ਹੈ। ਉਹਨਾਂ ਦੇ ਪਰਿਵਾਰ 'ਚ ਵੀ ਭੈਣ ਜੀ ਹੋਰੀ ਬਹੁਤ ਖਿੜੇ ਮੱਥੇ ਔਰ ਆਏ ਗਏ ਦੀ ਸੇਵਾ ਸੰਭਾਲ ਪੱਤਕ ਸੋਚ ਵਾਲੇ ਨੇ। ਉਹਨਾਂ ਦਾ ਵੱਡਾ ਬੇਟਾ ਡਾਕਟਰ ਹੈ, ਛੋਟਾ ਬੇਟਾ ਹੁਣ ਜਿਹੜਾ ਉਹ ਕਾਰੋਬਾਰ ਨੂੰ ਸੰਭਾਲਦਾ। ਔਰ ਇਸ ਸਾਰੇ ਪੀਰੀਅਡ 'ਚ ਵੀ ਜਿਹੜਾ ਇਹ ਠੀਕ ਹੈ ਵੀ ਜਦੋਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਪੰਥਕ ਏਜੰਡੇ ਨੂੰ ਇੰਪਲੀਮੈਂਟ ਕਰਨ ਦੀ ਗੱਲ ਕਰਦੇ ਹੋ ਤਾਂ ਕਈ ਵਾਰ ਕਈ ਕੁਝ ਚੱਲਦਾ, ਗੁਰਦੁਆਰਿਆਂ ਦੀਆਂ ਮੈਨੇਜਮੈਂਟ ਸੌਖੀਆਂ ਨਹੀਂ ਨੇ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਜਿਹੜੀਆਂ ਡਿਫਿਕਲਟੀਜ਼ ਵੀ ਹੁੰਦੀਆਂ ਨੇ, ਗ੍ਰੀਨਵੁੱਡ 'ਚ ਵੀ ਡਿਫਿਕਲਟੀਜ਼ ਹੋਈਆਂ, ਲੇਕਿਨ ਇਹਨਾਂ ਦੀ ਸੁਚੱਜੀ ਜਿਹੜੀ ਟੀਮ ਸੀ ਸਾਰੀ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਸਰ ਗੁਰਨਾਮ ਸਿੰਘ, ਜਿਹੜੇ ਸਾਡੇ ਵੀਰ ਜਗਦੀਪ ਸਿੰਘ ਔਰਾਂ ਦੇ ਜਸਦੀਪ ਸਿੰਘ ਔਰਾਂ ਦੇ ਪਿਤਾ ਜੀ ਨੇ, ਉਹ ਹੁਣ ਵੀ ਨਾਲ ਹੁੰਦੇ ਨੇ। ਜਸਦੀਪ ਸਿੰਘ ਔਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਉਸ ਦੀ ਤਰੱਕੀ ਦੇ ਵਿੱਚ ਉੱਥੇ ਪੰਥਕ ਰਵਾਇਤਾਂ ਨੂੰ ਜਾਂ ਪੰਥਕ ਮਰਿਆਦਾ ਨੂੰ ਲਾਗੂ ਕਰਨ ਦੇ ਵਿੱਚ, ਕਿਉਂਕਿ ਬਹੁਤ ਵਾਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਕੋਈ ਰਾਗੀ, ਕੋਈ ਭਾਈ, ਕੋਈ ਹੋਰ ਪ੍ਰਚਾਰਕ, ਕੋਈ ਕਥਾਵਾਚਕ, ਇਹ ਵੀ ਆਪਣੇ ਆਪ ਦੇ ਵਿੱਚ ਇਹਨਾਂ ਦੇ ਨਾਲ ਡੀਲ ਕਰਨਾ, ਹਾਲਾਂ ਇਹ ਗੁਰੂ ਦਾ ਮੈਸੇਜ ਦੇਣ ਵਾਲੇ ਨੇ, ਪਰ ਬਹੁਤ ਵਾਰ ਜਦੋਂ ਤੁਸੀਂ ਇੱਕ ਪਾਸਡ ਲਾਈਨ ਲੈਂਦੇ ਹੋ, ਸੰਗਤ ਦੇ ਵਿੱਚ ਕਈ ਵਾਰ ਡਿਵੀਜ਼ਨ ਵੀ ਦਾ ਵੀ ਕਾਰਨ ਬਣਦਾ ਹੈ। ਲੇਕਿਨ ਸਿਆਣਪ ਇਹੀ ਹੁੰਦੀ ਹੈ ਕਿ ਵੀ ਤੁਸੀਂ ਪੰਥਕ ਏਜੰਡੇ ਦੇ ਉੱਤੇ ਸਭ ਨੂੰ ਇਕਜੁੱਟ ਰੱਖੋ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਗ੍ਰੀਨਵੁੱਡ ਦੇ ਵਿੱਚ ਹੈ, ਬਹੁਤ ਵੱਡਾ ਜਿਹੜਾ ਇਹ ਮੁਕਾਮ ਹੈ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ ਪ੍ਰੋਗਰਾਮਾਂ ਦੇ ਵਿੱਚ, ਔਰ ਬੱਚਿਆਂ ਦੇ ਹਵਾਲੇ ਨਾਲ ਵੀ ਗੁਰਮਤ ਵਿਦਿਆ, ਗੁਰਬਾਣੀ ਸੰਥਿਆ, ਕੀਰਤਨ ਔਰ ਗੱਤਕਾ, ਸ਼ਸਤਰ ਵਿਦਿਆ, ਇਹ ਸਾਰੇ ਉਹਨਾਂ ਦਾ ਜਿਹੜਾ ਹੈ ਉਹ ਐਸੈਂਸ਼ੀਅਲ ਪਾਰਟ ਹੈ ਸਾਰੇ ਦਾ। ਸੋ ਅਸੀਂ ਜਿਹੜਾ ਵੀਰ ਬਲਵਿੰਦਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ TV 84 ਲਈ ਵੀ ਜੈਨਰਸਲੀ ਡੋਨੇਟ ਕੀਤਾ, ਪਰ ਨਾਲ ਦੀ ਨਾਲ ਉਹ ਜਿਵੇਂ ਲੋਕਲ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜਾ ਹੈ ਉਹ ਸਿੱਖ ਕਾਜ਼ ਲਈ ਲੌਬੀ ਕਰਦੇ ਨੇ। ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੈ ਜਦੋਂ ਤੱਕ ਤੁਸੀਂ 1 to 1 ਇਨਸਾਈਡ ਜਾਣਕਾਰੀ, ਕਿਉਂਕਿ ਇੰਡੀਆਨਾ ਦੇ ਵਿੱਚ ਹਿੰਦੂ ਤਵੀਆਂ ਦਾ ਵੀ ਬਹੁਤ ਜ਼ੋਰ ਹੈ। ਤੁਸੀਂ ਦੇਖੋਗੇ ਜਿੱਥੇ ਜਿੱਥੇ ਖਾਲਿਸਤਾਨ ਦੀ ਐਕਟੀਵਿਟੀ ਜਾਂ ਪੰਥਕ ਪਲੇਟਫਾਰਮ ਬਣਦਾ ਹੈ ਔਰ ਉਸ ਚੋਂ ਕੁਝ ਨਿਕਲਣ ਦੀ ਸੰਭਾਵਨਾ ਹੁੰਦੀ ਹੈ, ਹਿੰਦੂ ਤਵੀਆਂ ਨੇ ਉੱਥੇ ਪੂਰਾ ਜਾ ਕੇ ਆਪਣਾ ਝੁਰਮਟ ਪਾਇਆ ਹੁੰਦਾ ਹੈ, ਔਰ ਉਹ ਤਾਂ ਈਮੇਲਾਂ ਵੀ ਕੱਢਦੇ ਨੇ, 1 to 1 ਵੀ ਮਿਲਦੇ ਨੇ ਉਹਨਾਂ ਥਾਵਾਂ 'ਤੇ ਜਾ ਕੇ। ਜਿਹੜੀ ਸਿੱਖ ਪਾਵਰ, ਔਰ ਬਹੁਤ ਵਾਰ ਸਾਡੇ ਭੋਲੇ ਭਾਲੇ ਸਿੱਖ ਗੁਰਦੁਆਰਿਆਂ 'ਚ ਉਹਨਾਂ ਦੀ ਫੰਡ ਰੇਜ਼ਿੰਗ ਕਰ ਰਹੇ ਹੁੰਦੇ ਨੇ, ਜਿਹੜੇ ਅਲਟੀਮੇਟਲੀ RSS ਦੀ ਖੇਡ ਖੇਡ ਰਹੇ ਹੁੰਦੇ ਨੇ। ਸੋ ਇਸ ਪੱਖੋਂ ਵੀ ਵੀਰ ਬਲਵਿੰਦਰ ਸਿੰਘ ਬੜੇ ਜਾਗਰੂਕ ਨੇ। ਸਾਡੇ ਨਾਲ ਉਹਨਾਂ ਦਾ ਆਲਮੋਸਟ ਡੇ ਟੂ ਡੇ ਬੇਸ 'ਤੇ ਹੀ ਰਾਬਤਾ ਹੁੰਦਾ ਹੈ ਕੋਈ ਵੀ ਪੰਥਕ ਐਕਟੀਵਿਟੀ ਨੂੰ ਲੈ ਕੇ। ਸੋ ਅਸੀਂ ਉਹਨਾਂ ਦੇ ਐਫਰਟਸ ਦੀ ਸ਼ਲਾਘਾ ਕਰਦੇ ਹਾਂ। ਲੱਦਾਖ, ਅੱਜ ਜਦੋਂ ਤੁਸੀਂ ਖਬਰਾਂ ਦੇਖੋਗੇ, ਲੱਦਾਖ ਇਜ਼ ਬਰਨਿੰਗ, ਇਹ ਖਬਰ ਹੈ। ਇੰਨੇ ਵੱਡੇ ਪੈਮਾਨੇ ਦੇ ਉੱਤੇ ਪ੍ਰੋਟੈਸਟ ਹੋਏ, ਉਹ ਪ੍ਰੋਟੈਸਟ ਵਾਇਲੈਂਟ ਹੋਏ, ਜਿਹੜੀਆਂ ਡੈਥਸ, ਮੌਤਾਂ ਨੇ ਯੰਗਸਟਰਸ, ਕਿਉਂਕਿ ਇਹਨੂੰ ਜਿਹੜਾ ਨੇਪਾਲ ਦੇ ਵਿੱਚ ਤਬਦੀਲੀ ਹੋਈ, ਸ੍ਰੀਲੰਕਾ ਦੇ ਵਿੱਚ ਹੋਈ, ਇਸ ਨੂੰ ਉਸ ਜੈਨਲ Z ਨਾਲ ਜੋੜਿਆ ਜਾ ਰਿਹਾ। ਉਹ ਜਨਰੇਸ਼ਨ ਜਿਹੜੀ ਮਿਲੇਨੀਅਮ ਦੀ ਜਨਰੇਸ਼ਨ ਹੈ ਔਰ ਜਿਹੜੀ ਇੰਟਰਨੈਟ ਰਾਹੀਂ ਔਰ ਸੋਸ਼ਲ ਮੀਡੀਆ ਰਾਹੀਂ ਜਾਗਰੂਕ ਹੈ, ਯੰਗ ਹੈ, ਔਰ ਉਹ ਕਿਸੇ ਵੀ ਤਬਦੀਲੀ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਨੇਪਾਲ ਦੇ ਵਿੱਚ ਤਾਂ ਉਹਨਾਂ ਨੇ 48 ਘੰਟੇ ਦੇ ਵਿੱਚ ਤਖਤਾ ਪਲਟ ਕਰਕੇ ਰੱਖ ਦਿੱਤਾ ਹੈ। ਔਰ ਜਿਹੜਾ ਇਕੱਲਾ ਇਹ ਨਹੀਂ ਕਿ ਉਹ ਕੋਈ ਗਾਂਧੀਅਨ ਪ੍ਰਿੰਸੀਪਲਸ ਦੇ ਉੱਤੇ ਖਲੋ ਕੇ ਕੋਈ ਚਰਖਾ ਕੱਤਦੇ ਨੇ ਇਮਾਰਤਾਂ ਦੇ ਸਾਹਮਣੇ, ਉਹਨਾਂ ਦਾ ਫਿਰ ਨਿਸ਼ਾਨਾ ਵੀ ਜਿਹੜੇ ਐਕਸਪਲੋਇਟੇਸ਼ਨ ਦੇ ਸੈਂਟਰ ਬਣੇ ਹੋਏ, ਜਿਵੇਂ ਨੇਪਾਲ ਦੇ ਵਿੱਚ ਉਹਨਾਂ ਨੇ ਉਹ ਪਾਰਲੀਮੈਂਟ ਹੋਏ, ਪ੍ਰਾਈਮ ਮਿਨਿਸਟਰ ਦਾ ਘਰ ਹੋਏ, ਸੁਪਰੀਮ ਕੋਰਟ ਵੱਲ ਹੋਏ, ਉਹਨਾਂ ਦੇ ਪੋਲੀਟੀਕਲ ਪਾਰਟੀਆਂ ਦੇ ਅੱਡ-ਅੱਡ ਦੇ ਦਫ਼ਤਰ ਹੋਣ, ਉਹਨਾਂ ਦੇ ਘਰ ਹੋਣ, ਜਿਸ ਵਿਆਪਕ ਲੈਵਲ ਤੇ ਉਹਨਾਂ ਨੇ ਕੀਤਾ। ਲੱਦਾਖ, ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਲੱਦਾਖ ਦੇ ਵਿੱਚ ਇਸ ਲੈਵਲ ਦੀ ਵਾਇਲੈਂਸ, ਜਿਹਦੇ 'ਚ ਉਹਨਾਂ ਨੇ
ਬੀਜੇਪੀ ਦੇ ਦਫ਼ਤਰ ਨੂੰ ਸਾੜ ਕੇ ਸੁਆਹ ਕੀਤਾ, ਕਿੰਨੀਆਂ ਇਮਾਰਤਾਂ ਨੂੰ ਅੱਗਾਂ ਲਾਈਆਂ, ਕਿੰਨੀਆਂ ਗੱਡੀਆਂ ਫੂਕੀਆਂ, ਔਰ ਨਤੀਜੇ ਦੇ ਤੌਰ ਤੇ ਜਿਹੜਾ ਪੁਲਿਸ ਨੇ ਗੋਲੀ ਚਲਾਈ, 4-5 ਮੌਤਾਂ ਦੀ ਔਰ ਕਈ ਦਰਜਨ ਜ਼ਖਮੀ ਨੇ। ਔਰ ਇਹ ਸਾਰੇ ਦੇ ਕੰਟੈਕਸਟ ਦੇ ਵਿੱਚ, ਕਿਉਂਕਿ ਜਿਹੜੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੋਨ ਕਲਾਈਮੇਟ ਐਨਵਾਇਰਨਮੈਂਟ ਦੇ ਸੁਧਾਰ ਦੇ ਲਈ ਕੰਮ ਕਰਨ ਵਾਲੇ ਇੱਕ ਆਗੂ ਨੇ, ਸੋਨਮ ਵਾਂਗਚੁਕ, ਜਿਹੜੇ ਪਿਛਲੇ ਲਗਭਗ 6 ਸਾਲ ਤੋਂ ਹੀ, ਕਿਉਂਕਿ 6 ਸਾਲ ਇਸ ਲਈ 5 ਅਗਸਤ 2019 ਨੂੰ ਲੱਦਾਖ ਨੂੰ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਖਤਮ ਕਰਕੇ 2 ਯੂਨੀਅਨ ਟੈਰੀਟਰੀਜ਼ ਬਣਾਈਆਂ ਗਈਆਂ, ਇੱਕ ਜੰਮੂ ਕਸ਼ਮੀਰ ਔਰ ਇੱਕ ਲੱਦਾਖ। ਯੂਨੀਅਨ ਟੈਰੀਟਰੀ ਦਾ ਮਤਲਬ ਹੈ ਵੀ ਸਿੱਧਾ ਕੰਟਰੋਲ ਸੈਂਟਰ ਦਾ, ਗਵਰਨਰ ਜਾਂ ਲੈਫਟੀਨੈਂਟ ਗਵਰਨਰ ਜਿਹੜਾ ਉਹ ਰਨ ਕਰਦਾ ਹੈ, ਔਰ ਜੰਮੂ ਕਸ਼ਮੀਰ ਦੇ ਕੋਲ ਤਾਂ ਸਿੰਬੋਲਿਕ ਉਹਨਾਂ ਦੀ, ਕਿਉਂਕਿ ਆਲਰੇਡੀ ਐਗਜ਼ਿਸਟਿੰਗ ਅਸੈਂਬਲੀ ਸੀ ਸਟੇਟਹੁੱਡ ਦੀ, ਉਹ ਤਾਂ ਯੂਨੀਅਨ ਟੈਰੀਟਰੀ ਦੇ ਨਾਂ ਥੱਲੇ ਚੋਣਾਂ ਦਾ ਡਰਾਮਾ ਜਿਹਾ ਕੀਤਾ ਗਿਆ। ਉਮਰ ਅਬਦੁੱਲਾ ਚੀਫ ਮਿਨਿਸਟਰ ਹੈ, ਪਰ ਲੱਦਾਖ ਦੇ ਕੋਲ ਤਾਂ ਈਵਨ ਕੋਈ ਉਹਨਾਂ ਦਾ ਲੈਜਿਸਲੇਚਰ ਹਾਊਸ ਵੀ ਨਹੀਂ ਹੈ। ਔਰ ਜਿਹੜੇ ਪ੍ਰੋਮਿਸ ਇਹਨਾਂ ਦੇ ਨਾਲ ਕੀਤੇ ਗਏ, ਕਿਉਂਕਿ ਲੱਦਾਖ ਦੇ ਵਿੱਚ ਜਿਹੜੀਆਂ 2 ਪ੍ਰਮੁੱਖ ਆਬਾਦੀਆਂ, ਉਹਨਾਂ ਦੇ ਵਿੱਚ ਜ਼ਾਹਰ ਹੈ ਬੁੱਧਿਸਟ, ਬੁੱਧ ਧਰਮ ਨੂੰ ਮੰਨਣ ਵਾਲੇ, ਉਹਨਾਂ ਦੀਆਂ ਬਹੁਤ ਸਾਰੀਆਂ ਮੋਨੈਸਟਰੀਜ਼ ਨੇ, ਮੱਠ ਨੇ, ਉਹ ਨੇ ਲੱਦਾਖ 'ਚ। ਵੈਸੇ ਬਹੁਤ ਸਾਰਿਆਂ ਨੂੰ ਲੱਗਦਾ ਵੀ ਜਿਵੇਂ ਸਾਰਾ ਲੱਦਾਖ ਬੁੱਧ ਹੈ, ਇਵੇਂ ਨਹੀਂ ਹੈ। 40% ਦੇ ਕਰੀਬ ਮੁਸਲਿਮ ਪਾਪੂਲੇਸ਼ਨ ਵੀ ਹੈ। ਜਿਹੜਾ ਕਾਰਗਿਲ ਦਾ ਖੇਤਰ ਹੈ, ਜ਼ਿਲ੍ਹਾ ਵੀ ਹੈ, ਔਰ ਉਹਦੇ ਨਾਲ ਲੱਗਦੇ ਉਹ ਮੁਸਲਮਾਨ ਆਬਾਦੀ ਹੈ, ਬਹੁਤ ਸਾਰੇ ਸ਼ੀਆ ਮੁਸਲਮਾਨ ਨੇ। ਲੇਕਿਨ ਲੱਦਾਖ ਦੀ ਟੋਪੋਗ੍ਰਾਫੀ ਦੇ ਵਿੱਚ ਜਾਂ ਦੂਜੇ ਉੱਥੇ ਕਦੇ ਵੀ ਕੋਈ ਆਪਸੀ ਮੁਸਲਮਾਨਾਂ ਜਾਂ ਬੌਧੀਆਂ ਦਾ ਵੀ ਕੋਈ ਕਦੇ ਟਕਰਾਅ ਨਹੀਂ ਹੋਇਆ, ਕਿਉਂਕਿ ਵੈਸੇ ਵੀ ਜਦੋਂ ਅਸੀਂ ਬੁੱਧ ਮਜ਼ਹਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇਹ ਵੱਖਰੀ ਕਹਾਣੀ ਹੈ ਕਿ ਬੁੱਧ ਧਰਮ ਨੂੰ ਮੰਨਣ ਵਾਲੇ ਮਿਆਂਮਾਰ ਦਾ ਜਿਹੜਾ ਫੌਜੀ ਏਜੰਟ ਹੈ ਜਾਂ ਉਹਨਾਂ ਦੀਆਂ ਸਰਕਾਰਾਂ ਰਹੀਆਂ ਨੇ, ਉਹ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਕੀ ਕਰ ਰਹੇ ਨੇ ਜਾਂ ਬਾਕੀ ਕੀ ਕਰ ਰਹੇ ਨੇ, ਜਾਂ ਇਸ ਤੋਂ ਇਲਾਵਾ ਅਸੀਂ ਈਵਨ ਸ੍ਰੀਲੰਕਾ ਦੇ ਹਵਾਲੇ ਨਾਲ ਵੀ ਦੇਖਿਆ ਕਿ ਜਿੱਥੇ ਜਿਹੜਾ ਵੱਡੀ ਰੇਸ ਉੱਥੇ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੀ ਹੈ, ਸਿਹਾਲਾ ਰੇਸ ਹੈ, ਉਹਨਾਂ ਨੇ ਤਾਮਿਲਾਂ ਦੇ ਨਾਲ ਕੀ ਕੀਤਾ, ਔਰ ਪਿੱਛੇ ਜੇ ਈਵਨ ਮੁਸਲਮਾਨਾਂ ਦੇ ਖਿਲਾਫ ਵੀ ਜਿਹੜੀ ਵਾਇਲੈਂਸ। ਔਰ ਸੋ ਇਹ ਜਿਹੜਾ ਇੱਕ ਸਾਡੇ ਵੀ ਮਨਾਂ 'ਚ ਬਣਿਆ ਹੋਇਆ ਹੈ, ਕਿਉਂਕਿ ਜਦੋਂ ਅਸੀਂ ਭਾਰਤੀ ਸਿਸਟਮ ਦਾ ਇਹ ਇੱਕ ਸ਼ਲੋਕ ਅਹਿੰਸਾ ਪਰਮੋ ਧਰਮਾ, ਜਿਸ ਨੂੰ ਗਾਂਧੀ ਨਾਲ ਜੋੜਿਆ ਜਾਂਦਾ ਹੈ, ਗਾਂਧੀ ਤੋਂ ਪਹਿਲਾਂ ਵੀ ਬੁੱਧ ਨਾਲ ਜੋੜਿਆ ਜਾਂਦਾ ਹੈ ਕਿ ਸਭ ਤੋਂ ਵੱਡਾ ਧਰਮ ਅਹਿੰਸਾ ਹੈ। ਤੋ ਅਸੀਂ ਇਹ ਸਮਝਦੇ ਹਾਂ ਕਿ ਬੁੱਧ ਧਰਮ ਨੂੰ ਮੰਨਣ ਵਾਲੇ ਹਿੰਸਕ ਕਿਵੇਂ ਹੋ ਸਕਦੇ ਨੇ, ਜਾਂ ਉਹ ਕਿਸੇ ਉੱਤੇ ਜ਼ੁਲਮ ਕਿਵੇਂ ਕਰ ਸਕਦੇ ਨੇ। ਲੇਕਿਨ ਬਾਈ ਐਂਡ ਲਾਰਜ, ਕਿਉਂਕਿ ਜਦੋਂ ਅਸੀਂ ਲੱਦਾਖ ਦੇ ਪਿਛੋਕੜ 'ਚ ਦੇਖਦੇ ਹਾਂ ਤੇ ਲੱਦਾਖ ਦੇ ਵਿੱਚ, ਔਰ ਲੱਦਾਖ ਦੀ ਇੱਕ ਆਪਣੀ ਹਿਸਟਰੀ ਹੈ, ਔਰ ਅਸੀਂ ਆਪਣੇ ਵਿਊਅਰਸ ਨੂੰ ਇਹ ਯਾਦ ਦਹਾਨੀ ਵੀ ਕਰਵਾ ਦਈਏ ਕਿ ਇਸ ਲੱਦਾਖ, ਜਿਸ ਨੂੰ ਚੀਨ ਵੱਲੋਂ ਜਾਂ ਦੂਸਰੇ ਲੋਕਲ ਜਿਹੜੀ ਜ਼ਬਾਨ ਹੈ ਉਸ ਦੇ ਵਿੱਚ ਛੋਟਾ ਤਿੱਬਤ ਕਿਹਾ ਜਾਂਦਾ ਹੈ, ਬਹੁਤ ਵੱਡਾ ਏਰੀਆ ਹੈ, ਬਹੁਤ ਰੁੱਖੇ ਜਿਹੇ ਪਹਾੜ ਨੇ ਉਹਨਾਂ ਦੇ, ਲੇਕਿਨ ਏਰੀਆ ਵਾਈਜ਼ ਲੱਦਾਖ ਬਹੁਤ ਵੱਡਾ ਹੈ। ਔਰ ਇਹ ਹਮੇਸ਼ਾ ਹੀ ਇਸ ਨੂੰ ਚੀਨ ਜਿਹੜਾ ਚਾਈਨੀਜ਼ ਐਮਪਾਇਰ ਹੈ ਉਹ ਆਪਣਾ ਹਿੱਸਾ ਹੀ ਮੰਨਦਾ ਰਿਹਾ, ਔਰ ਰਿਹਾ ਵੀ ਚੀਨ ਦੇ, ਕਿਉਂਕਿ ਤਿੱਬਤ ਦੇ ਨਾਲ ਲੱਗਦਾ ਹੈ, ਔਰ ਤਿੱਬਤ ਦੇ ਉੱਤੇ ਮੋਸਟਲੀ ਜਿਹੜੀ ਹੈ ਚਾਈਨੀਜ਼ ਐਮਪਾਇਰ ਦੀ ਸੋਵਰਨਟੀ ਰਹੀ। ਲੇਕਿਨ ਇਹ ਸਿੱਖ ਰਾਜ, ਜਦੋਂ ਅਸੀਂ ਲਾਹੌਰ ਦਰਬਾਰ ਦਾ ਜ਼ਿਕਰ ਕਰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਵੀ, ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਦਾ ਬੇਟਾ ਸ਼ੇਰ ਸਿੰਘ ਜਿਹੜਾ ਉਹ ਲਾਹੌਰ ਦੇ ਤਖਤ ਤੇ ਬੈਠਦਾ ਹੈ, ਤੇ ਫਿਰ ਇਹ ਖਿੱਤਾ, ਔਰ ਉਸ ਖਿੱਤੇ ਦੇ ਵਿੱਚ ਜਨਰਲ ਜ਼ੋਰਾਵਰ ਸਿੰਘ ਰਾਈ ਜਿਹੜਾ ਲੱਦਾਖ ਨੂੰ, ਗਿਲਗਿਤ ਬਾਲਟਿਸਤਾਨ ਨੂੰ, ਇਹ ਸਾਰੇ ਨੂੰ ਸਿੱਖਾਂ ਨੇ ਫਤਹ ਕਰਕੇ ਸਿੱਖ ਰਾਜ ਦਾ ਹਿੱਸਾ ਬਣਾਇਆ ਸੀ। ਸੋ ਈਵਨ ਜ਼ੋਰਾਵਰ ਸਿੰਘ ਦੀ ਕਮਾਂਡ ਥੱਲੇ ਜਿਹੜੀ ਸਿੱਖ ਫੌਜ ਹੈ ਉਹ ਇੱਕ ਸਟੇਜ ਦੇ ਉੱਤੇ ਲਹਾਸਾ ਤੱਕ ਪਹੁੰਚ ਗਈ ਸੀ। ਲਹਾਸਾ ਜਿਹੜੀ ਹੈ ਤਿੱਬਤ ਦੀ ਕੈਪੀਟਲ ਹੈ, ਔਰ ਜਿਹੜੇ ਜਿਵੇਂ ਸਰ ਕਪੂਰ ਸਿੰਘ, ਉਹਨਾਂ ਨੇ ਆਪਣੀਆਂ ਜਿਹੜਾ ਸਪੀਚਿਸ ਦੇ ਵਿੱਚ ਵੀ ਕਿਤੇ ਮੈਂਸ਼ਨ ਕੀਤਾ ਹੈ, ਮੈਂ ਲਿਖਤ ਦੇ ਵਿੱਚ ਵੀ ਪੜ੍ਹਿਆ, ਜਿਹਦੀ ਹੁਣ ਮੈਨੂੰ ਕਿਤੇ ਅਵੇਲੇਬਿਲਟੀ ਨਹੀਂ ਹੈ ਵੀ ਉਹ ਕਾਹਦੇ 'ਚ ਜਿਹੜਾ ਉਹਨਾਂ ਦਾ ਆਰਟੀਕਲ ਸੀ, ਸ਼ਾਇਦ ਸਿੱਖ ਰਿਵਿਊ ਦੇ ਵਿੱਚ ਸੀ, ਤੇ ਉਹਨਾਂ ਨੇ ਨੈਸ਼ਨਲ ਆਰਕਾਈਵਜ਼ ਦਿੱਲੀ ਦੇ ਵਿੱਚ ਉਹ ਟ੍ਰੀਟੀ, ਉਹ ਸੰਧੀ ਦੇਖੀ ਹੋਈ ਸੀ, ਜਿਹਨੂੰ ਟ੍ਰਾਈਪਾਰਟਾਈਟ ਟ੍ਰੀਟੀ, ਤ੍ਰੈ ਪੱਖੀ
ਸੰਧੀ ਔਰ ਟ੍ਰਾਈਪਾਰਟਾਈਟ ਸੀ ਬਿਟਵੀਨ ਲਾਹੌਰ ਦਰਬਾਰ ਦਾ ਅਫੀਸ਼ੀਅਲ ਨਾਂ ਸਰਕਾਰੇ ਖਾਲਸਾ ਜੀਓ ਸੀ। ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਔਰ ਲਾਮਾ ਆਫ ਤਿੱਬਤ, ਦਲਾਈ ਉਹਦੇ ਲਈ ਲਫ਼ਜ਼ ਹੈ ਜਾਂ ਕੀ ਹੈ। ਔਰ ਉਹਦੇ 'ਚ ਜਿਹੜਾ ਇਹ ਖਿੱਤਾ ਹੈ ਲੱਦਾਖ ਦਾ, ਜਿਹੜਾ ਸਿੱਖ ਰਾਜ ਨੇ ਕੰਕਰ ਕਰ ਲਿਆ ਸੀ, ਇਸ ਨੂੰ ਐਜ਼ ਏ ਬਫਰ ਜ਼ੋਨ ਮੰਨਿਆ ਗਿਆ ਸੀ ਚਾਈਨੀਜ਼ ਐਮਪਾਇਰ ਦੇ ਨਾਲ। ਔਰ ਇਸ ਦੇ ਥੱਲੇ ਹੀ ਇਹ ਜਿਹੜਾ ਜਦੋਂ ਫਿਰ ਅੰਗਰੇਜ਼ਾਂ ਨੇ ਜਿਹੜਾ 1846 ਦੇ ਵਿੱਚ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਸਿੱਖਾਂ ਦੇ ਉੱਤੇ ਪੈਨਲਟੀ ਥੋਪੀ ਕਿ ਜੀ ਤੁਸੀਂ ਇਹ ਜੰਗ ਕੀਤੀ ਹੈ ਤੇ ਤੁਸੀਂ ਫਲਾਣਾ, ਤੇ ਜਿਹੜਾ ਡੋਗਰਿਆਂ ਦਾ ਜਿਹੜੇ ਡੋਗਰੇ ਬਿਲਕੁਲ ਸਟਰੀਟ ਦੇ ਉੱਤੇ ਘੁੰਮਣ ਵਾਲੇ ਲੋਕ ਸੀ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਤਿੰਨਾਂ ਭਰਾਵਾਂ ਨੂੰ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਇਹਨਾਂ ਨੂੰ ਚੁੱਕਿਆ। ਯੋਗ ਵੀ ਹੋਣਗੇ, ਐਬਿਲਿਟੀ ਵੀ ਹੋਏਗੀ। ਉਹਨਾਂ 'ਚੋਂ ਧਿਆਨ ਸਿੰਘ ਪ੍ਰਾਈਮ ਮਿਨਿਸਟਰ ਬਣਿਆ, ਮਹਾਰਾਜਾ ਰਣਜੀਤ ਸਿੰਘ ਦਾ ਮੁੱਖ ਸੀ। ਔਰ ਇਸੇ ਤਰ੍ਹਾਂ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਰਣਜੀਤ ਸਿੰਘ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸੀ। ਫਿਰ ਸੁਚੇਤ ਸਿੰਘ ਔਰ ਖ਼ਾਸ ਤੌਰ 'ਤੇ ਗੁਲਾਬ ਸਿੰਘ ਔਰ ਸੁਚੇਤ, ਇਹਨਾਂ ਸਾਰਿਆਂ ਨੂੰ ਰਾਜੇ ਦਾ ਟਾਈਟਲ ਵੀ ਦਿੱਤਾ। ਇਹ ਪ੍ਰਮੁੱਖ ਕੋਰਟੀਅਰ ਸਨ। ਧਿਆਨ ਸਿੰਘ ਦਾ ਤਾਂ ਕੰਮ ਸਿੱਖਾਂ ਨੇ, ਸੰਧਾਵਾਲੀਆ ਸਰਦਾਰਾਂ ਨੇ ਕਰ ਦਿੱਤਾ ਸੀ, ਕਿਉਂਕਿ ਧਿਆਨ ਸਿੰਘ ਦੀ ਸਾਜ਼ਿਸ਼ ਦੇ ਥੱਲੇ ਹੀ ਫਿਰ ਜਿਹੜੀ ਭਰਾ ਮਾਰੂ ਜੰਗ ਲਾਹੌਰ ਦਰਬਾਰ ਦੇ ਵਿੱਚ ਹੋਈ, ਜਿਸ ਨੂੰ ਸ਼ਾਹ ਮੁਹੰਮਦ ਨੇ ਜਿਹੜਾ ਉਹ ਜੰਗ ਹਿੰਦ ਪੰਜਾਬ, ਜਿਸ ਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ ਹੈ, ਉਸ 'ਚ ਉਹਨੇ ਕਿਹਾ ਕਿ ਭਾਈ ਨਹੀਂ ਕੋਈ ਛੱਡਿਆ ਸਾਧ ਤੇ ਸੰਤ ਮੀਆਂ। ਇਸ ਲੈਵਲ ਦਾ ਪਿਓ ਤੋਂ ਪੁੱਤਰ, ਭਰਾ ਤੋਂ ਭਰਾ, ਪੂਰਾ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਦਾ ਸਫਾਇਆ। ਧਿਆਨ ਸਿੰਘ, ਕਿਉਂਕਿ ਉਸ ਦਾ ਐਂਬੀਸ਼ਨ ਸੀ ਕਿ ਉਹ ਆਪਣੇ ਪੁੱਤਰ ਹੀਰਾ ਸਿੰਘ ਨੂੰ ਜਿਹੜਾ ਉਹ ਲਾਹੌਰ ਦੇ ਤਖਤ ਦੇ ਉੱਤੇ ਰੱਖਣਾ ਚਾਹੁੰਦਾ ਸੀ। ਔਰ ਉਸੇ ਹੀ ਕਤਲੋਗਾਰ ਦੇ ਪਹਿਲੇ ਦੌਰ ਤੋਂ ਬਾਅਦ 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਜਿਹੜਾ ਉਹ ਗੱਦੀ ਤੇ ਬੈਠਾ, ਉਹ ਕਿਉਂਕਿ ਧਿਆਨ ਸਿੰਘ ਨੇ ਹੀ ਉਸ ਨੂੰ ਗੱਦੀ ਤੇ ਬਿਠਾਉਣ 'ਚ ਵੀ ਮਦਦ ਕੀਤੀ ਸੀ, ਤੇ ਜਿਹੜੇ ਆਪੋਜ਼ਿਟ ਲਾਈਨ ਵਾਲੇ ਸੰਧਾਵਾਲੀਆ ਸਰਦਾਰ ਸੀ, ਉਹਨਾਂ ਨੇ ਫਿਰ ਇੱਕ ਪੈਰੇਡ ਦੇ ਵਿੱਚ ਬੰਦੂਕ ਦਿਖਾਉਣ ਦੇ, ਕਾਰਬਾਈਨ ਦਿਖਾਉਣ ਦੇ ਬਹਾਨੇ ਸ਼ੇਰ ਸਿੰਘ ਦਾ ਮਰਡਰ ਕੀਤਾ। ਉਹਦੇ ਪੁੱਤਰ 8-9 ਸਾਲ ਦਾ ਪ੍ਰਤਾਪ ਸਿੰਘ, ਉਹਦਾ ਮਰਡਰ ਕੀਤਾ। ਔਰ ਫਿਰ ਉਹਨਾਂ ਨੇ ਕਿਲ੍ਹੇ ਵੱਲ ਜਾ ਕੇ ਧਿਆਨ ਸਿੰਘ ਜਿਹੜਾ ਡੋਗਰਾ ਸੀ, ਉਸ ਨੂੰ ਵੀ ਜਿਹੜਾ ਉਹ ਭਾਰ ਬੁਲਾ ਦਿੱਤਾ। ਸੋ ਉਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਮਹਾਰਾਣੀ ਜਿੰਦਾਂ ਜਿਹੜੀ ਆ ਉਹ ਪਹਿਲੇ ਉਸ ਸਿੱਖ ਅੰਗਰੇਜ਼ ਜੰਗ ਦੇ ਵਿੱਚ ਇਨਵੋਲਵ ਹੋਈ, ਕਿਉਂਕਿ ਮਹਾਰਾਣੀ ਸੀ ਸਿੱਖਾਂ ਦੀ। ਔਰ ਜਿਹੜਾ ਦਲੀਪ ਸਿੰਘ ਜਿਹੜਾ ਉਸ ਨੂੰ ਤਖਤ ਤੇ ਬਿਠਾਇਆ ਗਿਆ ਸੀ। ਔਰ ਉਸ ਪੀਰੀਅਡ ਦੇ ਵਿੱਚ ਗੁਲਾਬ ਸਿੰਘ ਨੂੰ ਸੱਦ ਲਿਆ ਉਹਨੇ। ਇਹ ਸਭ ਤੋਂ ਵੱਡੀ, ਜਦੋਂ ਅਸੀਂ ਕੁਝ ਹਿਸਟਰੀ ਦੀਆਂ ਮਿਸਟੇਕਸ ਗਿਣਦੇ ਹਾਂ, ਤਾਂ ਇਸ ਕਿਸਮ ਦਾ ਇੱਕ ਅੱਧਾ ਵਾਕਿਆ ਹੀ ਇਹ ਕਰਵਾਉਂਦਾ ਕਿ ਕਿੰਨਾ ਵੱਡੀ ਉਹ ਗਲਤੀ ਸੀ। ਗੁਲਾਬ ਸਿੰਘ ਰਲਿਆ ਹੋਇਆ ਸੀ ਅੰਗਰੇਜ਼ਾਂ ਦੇ ਨਾਲ, ਉਸਨੇ ਬਿਲਕੁਲ ਮਦਦ ਤਾਂ ਕੀ ਕਰਨੀ ਸੀ, ਉਸਨੇ ਜੋ ਅੰਦਰੂਨੀ ਭੇਤ, ਉਹ ਭਾਵੇਂ ਔਨ ਦਾ ਗਰਾਊਂਡ ਲੜਨ ਵਾਲੇ ਜਿਹੜੇ ਲਾਲ ਸਿੰਘ, ਤੇਜ ਸਿੰਘ ਜਰਨੈਲ ਸੀ ਯੂਪੀ ਦੇ ਬ੍ਰਾਹਮਣ, ਉਹਨਾਂ ਨੇ ਆਪਣੇ ਤੌਰ 'ਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਖਰੀਦਿਆ ਹੋਇਆ ਸੀ, ਉਹਨਾਂ ਦਾ ਟਰੇਟਰ ਪਣਾ। ਔਰ ਇੱਧਰ ਗੁਲਾਬ ਸਿੰਘ ਨੇ ਜਿਹੜੀ ਗਦਾਰੀ ਕੀਤੀ, ਜਿਨ੍ਹਾਂ ਗਦਾਰੀਆਂ ਨੂੰ ਜਦੋਂ ਸ਼ਾਹ ਮੁਹੰਮਦ ਜੰਗ ਦੇ ਮੈਦਾਨ ਦਾ ਸਿਨੈਰੀਓ ਬਿਆਨਦਾ ਹੈ, ਤੇ ਉਹ ਇਹ ਕਹਿੰਦਾ ਕਿ ਭਾਈ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬਨ ਸ਼ਸਤਰੀ ਜੋੜ ਵਿਛੋੜ ਛੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਜੰਗ ਦੇ ਮੈਦਾਨ ਦਾ ਸਿਨੈਰੀਓ ਇਹ ਜਿਹੜਾ ਸਭਰਾਵਾਂ ਦੀ ਜੰਗ ਸ਼ਾਹ ਮੁਹੰਮਦ ਬਿਆਨਦਾ, ਲੇਕਿਨ ਹੋਦਾ ਕੀ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ, ਇਹਨਾਂ ਸਾਰਿਆਂ ਦੀ ਟ੍ਰੈਚਰੀ ਦਾ ਨਤੀਜਾ ਕਿ ਜੰਗ ਦੇ ਮੈਦਾਨ 'ਚ ਜਿੱਤੀ ਹੋਈ ਫੌਜ ਫਾਈਨਲੀ ਜਿਹੜੀ ਹੈ ਉਸ ਦੇ ਪੱਲੇ ਹਾਰ ਪੈਂਦੀ ਹੈ। ਔਰ ਗੁਲਾਬ ਸਿੰਘ ਨੂੰ ਕਦੇ ਦੁਨੀਆ ਦੀ ਹਿਸਟਰੀ 'ਚ ਸ਼ਾਇਦ ਹੀ ਕਿਤੇ ਹੋਇਆ ਹੋਏ ਕਿ ਜਿਨ੍ਹਾਂ ਦੇ ਰਾਜ ਨੂੰ ਤੁਸੀਂ ਜਿਹੜਾ ਉਹਨਾਂ ਦੇ ਉੱਤੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹਨਾਂ ਦੇ ਖਜ਼ਾਨੇ 'ਚੋਂ ਜਿਹੜਾ ਉਹ ਪੈਸੇ ਕੱਢ ਕੇ ਕੋਈ ਇਹ ਕਹਿੰਦਾ ਕਿ ਜੀ ਇਹ ਜਿਹੜਾ ਦੇਸ਼ ਹੈ ਮੈਨੂੰ ਵੇਚ ਦਿਓ। ਕਦੇ ਮੁਲਕ ਵਿਕਦੇ ਨਹੀਂ ਨੇ।
ਸੋ ਕਿਉਂਕਿ ਗੁਲਾਬ ਸਿੰਘ ਨੂੰ ਉਹਨਾਂ ਨੇ ਰਿਵਾਰਡ ਕਰਨਾ ਸੀ, ਇਹ ਸਾਰਾ ਕਸ਼ਮੀਰ, ਜੰਮੂ ਕਸ਼ਮੀਰ, ਕਿਉਂਕਿ ਅਸੀਂ ਲਦਾਖ ਦੀ ਗੱਲ ਕਰ ਰਹੇ ਹਾਂ, ਤੇ ਇਹ ਸਾਰਾ ਖਿੱਤਾ ਫਿਰ 72 ਲੱਖ ਰੁਪਈਏ ਦੇ ਵਿੱਚ ਕਿ ਜੀ ਗੁਲਾਬ ਸਿੰਘ ਨੇ ਖਰੀਦ ਲਿਆ। ਗੁਲਾਬ ਸਿੰਘ ਦਾ ਉਹਦੇ ਪਿਓ ਦਾ ਪੈਸਾ ਸੀ, ਉਹਨੇ ਲਾਹੌਰ ਖਜ਼ਾਨਾ ਹੀ ਜਿਹੜਾ ਉਹ ਲੁੱਟਿਆ ਹੋਇਆ ਸੀ, ਪਹਿਲਾਂ ਚੰਦ ਕੌਰ ਰਾਹੀਂ, ਔਰ ਬਾਅਦ ਦੇ ਵਿੱਚ ਜਿਹੜਾ ਉਹ ਸਾਰਾ, ਔਰ ਇਹ ਹੋਇਆ ਕਿ ਜੀ ਇਹ ਜਿਹੜੀ ਹੈ ਗੁਲਾਬ ਸਿੰਘ ਨੂੰ ਇਨਾਮ ਵਜੋਂ ਜਿਹੜਾ ਇਹ ਜੰਮੂ ਕਸ਼ਮੀਰ ਦਾ ਖਿੱਤਾ ਡੋਗਰਿਆਂ ਦਾ, ਔਰ ਜੋ 1947 ਦੇ ਵਿੱਚ ਫਿਰ ਕਸ਼ਮੀਰ ਦਾ ਮੁੱਦਾ ਖੜਾ ਹੁੰਦਾ ਹੈ, ਉਹ ਗੁਲਾਬ ਸਿੰਘ ਦਾ ਹੀ ਜਿਹੜਾ ਅੱਗੋਂ ਔਲਾਦ ਸੀ ਹਰੀ ਸਿੰਘ, ਜਿਹਦੀ ਔਲਾਦ ਅੱਗੋਂ ਅੱਜ ਕਰਨ ਸਿੰਘ, ਇੱਕ ਜਿਹੜਾ ਫਿਰਕੂ ਹਿੰਦੂ, ਵਿਸ਼ਵ ਹਿੰਦੂ ਪਰਿਸ਼ਦ ਦਾ ਪ੍ਰਧਾਨ ਵੀ, ਸ਼ਿਵ ਸੈਨਾ ਵੀ ਜਿਹਨੇ ਫਾਊਂਡ ਕੀਤੀ, ਨੇਪਾਲ ਦੀ ਗੜਬੜੀ ਦੇ ਵਿੱਚ ਵੀ ਜਿਹੜੀ ਪਹਿਲਾਂ ਸਾਰੇ ਰਾਜੇ ਦਾ ਟੱਬਰ ਮਾਰਿਆ ਸੀ, ਉਹ ਸਾਰੇ 'ਚ ਵੀ ਇਹਦਾ ਰੋਲ ਰਿਹਾ। ਸੋ ਇਹ ਜ਼ਰੂਰੀ ਹੈ ਸਮਝਣਾ ਕਿ ਲਦਾਖ, ਜਿਸ ਬਾਰੇ ਇੱਕ ਪਾਸੇ ਸਿੱਖਾਂ ਦੇ ਰਾਜ ਨਾਲ ਜਾਂ ਕੀ ਕਲੇਮ ਰਿਹਾ, ਔਰ ਇਹਦਾ ਇੱਕ ਸਬੂਤ ਜਿਹੜਾ ਇਸ ਨੇ ਜਿਹੜਾ ਇੱਕ ਗਾਂਧੀ ਦੇ ਟੱਬਰ ਦਾ ਹੀ ਸ਼ਾਇਦ ਰਾਜਮੋਹਨ ਗਾਂਧੀ ਹੈ, ਹਿਸਟੋਰੀਅਨ ਹੈ, ਉਸਨੇ ਵੀ ਕਿਤੇ ਮੈਂਸ਼ਨ ਕੀਤਾ, ਔਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਉਹਨਾਂ ਦੀ ਕਿਸੇ ਲਿਖਤ ਦੇ ਵਿੱਚ ਵੀ ਮੈਂ ਦੇਖਿਆ ਕਿ ਜਦੋਂ ਵਾਜਪਾਈ ਫੋਰਨ ਮਿਨਿਸਟਰ ਬਣਿਆ, ਜਨਤਾ ਪਾਰਟੀ ਦੀ ਸਰਕਾਰ ਮੋਰਾਰਜੀ ਦੇਸਾਈ ਵੇਲੇ, ਤੇ ਇੱਕ ਡੈਲੀਗੇਸ਼ਨ ਜਿਹੜਾ ਉਹ ਚਾਈਨਾ ਗਿਆ, ਉਦੋਂ ਚਾਈਨਾ ਨੂੰ ਰੈਕਗਨਾਈਜ਼ ਵੀ ਕੀਤਾ ਗਿਆ ਭਾਰਤ ਵੱਲੋਂ, ਯਾਨੀ ਤਿੱਬਤ ਨੂੰ ਮੰਨ ਲਿਆ ਗਿਆ ਕਿ ਚੀਨ ਦਾ ਹਿੱਸਾ ਹੈ। ਔਰ ਉਹ ਲਦਾਖ ਦੀ ਗੱਲ, ਕਿਉਂਕਿ ਮਾਓ ਤੁੰਗ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਜਾਂ ਚਾਈਨਾ ਦਾ ਜ਼ਿਕਰ ਕਰਦੇ ਹਾਂ, ਤਾਂ ਉਹਨਾਂ ਦਾ ਕਹਿਣਾ ਕਿ ਤਿੱਬਤ ਜਿਹੜਾ ਹੈ ਇਹ ਹਥੇਲੀ ਹੈ, ਪਾਮ ਹੈ, ਔਰ ਇਹ ਇਸ ਦੀਆਂ ਚੀਨ ਦੀਆਂ 5 ਉਂਗਲਾਂ ਨੇ, ਜਿਸ ਦੇ ਵਿੱਚ ਉਹ ਨੇਪਾਲ, ਸਿੱਕਮ, ਭੂਟਾਨ ਔਰ ਲਦਾਖ ਔਰ ਸਾਊਥ ਤਿੱਬਤ, ਜਿਹਨੂੰ ਇੰਡੀਆ ਨੇ ਜਿਹੜਾ ਕਬਜ਼ਾ ਕਰਕੇ ਉਸ ਦਾ ਨਾਂ ਅਰੁਣਾਚਲ ਪ੍ਰਦੇਸ਼ ਰੱਖਿਆ ਹੋਇਆ ਹੈ, 62 ਦੇ ਵੇਲੇ ਇਹਨੂੰ ਨੇਫਾ ਕਹਿੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ। ਸੋ ਚਾਈਨਾ ਦਾ ਲਦਾਖ ਦੇ ਕਲੇਮ ਹੈ, ਲਦਾਖ ਭਾਰਤ ਦੇ ਕਬਜ਼ੇ 'ਚ ਹੈ। ਔਰ ਇਹ ਹੈ ਕਿ ਵੀ ਜਦੋਂ ਚਾਈਨਾ ਨੇ ਜਿਹੜਾ ਵਾਜਪਾਈ ਨੇ ਉਸ ਬਾਰਡਰ ਇਸ਼ੂ ਨੂੰ ਛੋਹਣਾ ਚਾਹਿਆ, ਔਰ ਇਹ ਕਿਹਾ ਜਾਂਦਾ, ਜਿਵੇਂ ਮੈਂ ਕਿਹਾ ਵੀ ਉਹਨੇ ਜਿਹੜਾ ਇਹਨਾਂ ਦਾ ਗਾਂਧੀ ਦਾ ਹੈ ਜਿਹੜਾ ਰਾਜਮੋਹਨ ਗਾਂਧੀ, ਉਹਨੇ ਵੀ ਕਿਤੇ ਮੈਂਸ਼ਨ ਕੀਤਾ, ਹਰਪਾਲ ਸਿੰਘ ਪੰਨੂ ਨੇ ਵੀ, ਕਿ ਜਦੋਂ ਵਾਜਪਾਈ ਨੇ ਲਦਾਖ ਦੇ ਇਸ਼ੂ ਦੇ ਉੱਤੇ ਚਾਈਨਾ ਦੇ ਨਾਲ ਗੱਲਬਾਤ ਸ਼ੁਰੂ ਹੋਈ ਤਾਂ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇਸ ਦੇ ਉੱਤੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ, ਇਹ ਤਾਂ ਸਾਡੀ ਸੰਧੀ ਸਿੱਖ ਰਾਜ ਦੇ ਵੇਲੇ ਸਿੱਖਾਂ ਦੇ ਨਾਲ ਹੋਈ ਸੀ, ਉਹ ਉਹਨਾਂ ਦੇ ਨਾਲ ਗੱਲ ਹੋ ਸਕਦੀ ਹੈ, ਤੁਹਾਡਾ ਤਾਂ, ਔਰ ਬਿਲਕੁਲ ਠੀਕ ਹੈ, ਭਾਰਤ ਨਾਲ ਇਹਦਾ ਕੋਈ ਤਾਲੁਕ ਨਹੀਂ ਸੀ। ਪਰ ਕਿਉਂਕਿ ਜੋ ਕੁਛ ਵੀ ਉਸ ਹਰੀ ਸਿੰਘ ਦੀ ਟੈਰੀਟਰੀ 47 ਤੱਕ ਪਹੁੰਚੀ, ਜਿਹਦੇ 'ਚ ਇਹ ਸਾਰਾ ਖਿੱਤਾ ਸ਼ਾਮਲ ਸੀ, ਹਾਲਾਂਕਿ ਗਿਲਗਿਤ ਬਾਲਟਿਸਤਾਨ ਉਹ ਪਾਕਿਸਤਾਨ ਨੇ ਲਿਬਰੇਟ ਕਰਵਾ ਲਿਆ ਨਾਲ ਲੱਗਦੇ, ਕਿਉਂਕਿ ਉੱਥੇ ਅੰਗਰੇਜ਼ ਔਰ ਜਿਹੜੇ ਲੋਕ ਸੀ ਉਹਨਾਂ ਨੇ ਰਿਬੈਲੀਅਨ ਕੀਤਾ, ਨਹੀਂ ਤਾਂ ਗਿਲਗਿਤ ਬਾਲਟਿਸਤਾਨ ਵੀ ਜਿਹੜਾ ਇਹਨਾਂ ਦਾ, ਜਿਹਨੂੰ ਹੁਣ ਇਹ ਅਮਿਤ ਸ਼ਾਹ ਜਾਂ ਦੂਜੇ ਕਹਿੰਦੇ ਨੇ ਜੇ ਅਸੀਂ ਪਾਕਿਸਤਾਨ ਆਕੂਪਾਈਡ ਕਸ਼ਮੀਰ ਲੈਣਾ ਹੈ ਜਾਂ ਦੂਜਾ, ਜੇ ਗਿਲਗਿਤ ਬਾਲਟਿਸਤਾਨ ਇਹਨਾਂ ਦੇ ਕੋਲ ਹੁੰਦਾ ਤੇ ਫਿਰ ਚਾਈਨਾ ਦਾ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਅੱਗੇ ਨਹੀਂ ਸੀ ਤੁਰਨਾ। ਇਹ ਮੈਂ ਪਿਛੋਕੜ ਦੇ ਵਿੱਚ ਇਹ ਗੱਲ ਇਸ ਲਈ ਕੀਤੀ ਹੈ ਕਿ ਲਦਾਖ ਔਰ ਦੂਸਰਾ ਇੰਡੀਆ ਨੂੰ ਇਹ ਸਮੁੱਚਾ ਜਿਹੜਾ ਜੰਮੂ ਕਸ਼ਮੀਰ ਹੈ, ਇਹ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਇਸ ਦੇ ਉੱਤੇ ਜਿਹੜਾ ਕਬਜ਼ਾ ਕੀਤਾ, ਔਰ ਜੋ ਕੁਝ ਫਿਰ ਲੋਕਾਂ ਦੇ ਨਾਲ ਹੋਇਆ, ਔਰ ਹੁਣ ਜੋ ਲਦਾਖ ਦੇ ਵਿੱਚ ਹੋ ਰਿਹਾ ਹੈ, ਇਸ ਲਈ ਇੰਪੋਰਟੈਂਟ ਹੈ ਕਿ ਜਦੋਂ 5 ਅਗਸਤ 2019 ਨੂੰ ਇਹਨਾਂ ਨੇ ਆਰਟੀਕਲ 335A ਖਤਮ ਕੀਤਾ, ਉਸ ਤੋਂ ਪਹਿਲਾਂ ਹੁਣ ਜਿਹੜੀ ਜੰਮੂ ਕਸ਼ਮੀਰ ਅਸੈਂਬਲੀ ਸੀ, ਉਹਦੇ 'ਚ ਲਦਾਖ ਦੇ MLA, ਸੈਂਟਰ ਦੇ ਵਿੱਚ ਉਹਨਾਂ ਦੇ MP ਔਰ ਪੂਰਾ ਸਿਸਟਮ, ਉਹਨਾਂ ਦਾ ਜਿਹੜੇ ਗੈਸਟਡ ਆਫੀਸਰਸ ਨੇ, ਜਿਹੜੀ ਉਹਨਾਂ ਦਾ ਸਿਲੈਕਸ਼ਨ ਬੋਰਡ ਹੁੰਦਾ ਹੈ, ਉਹਨਾਂ ਦੇ ਵਿੱਚ ਵੀ ਉਹਨਾਂ ਦੇ ਨੁਮਾਇੰਦੇ, ਫਿਰ ਜਿਹੜੇ ਸਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਹੜੇ ਆਮ EMPLOYE ਦਾ ਹੁੰਦਾ ਹੈ, ਉਹਨਾਂ ਦੇ ਵਿੱਚ ਵੀ ਉਹਨਾਂ ਦੀਆਂ ਨੌਕਰੀਆਂ ਨੌਜਵਾਨਾਂ ਦੀਆਂ, ਔਰ ਕੋਈ ਵੀ ਇਸ ਕਿਸਮ, ਇਹ ਠੀਕ ਹੈ ਲਦਾਖ ਨੂੰ ਸ਼ਿਕਾਇਤ ਸੀ ਕਿ ਜੰਮੂ ਕਸ਼ਮੀਰ ਦੇ ਬਜਟ ਦਾ ਵੱਡਾ ਹਿੱਸਾ ਕਸ਼ਮੀਰ ਵਾਦੀ ਜਾਂ ਜੰਮੂ 'ਤੇ ਖਰਚ ਹੁੰਦਾ ਹੈ, ਸਾਨੂੰ ਉਹਨਾਂ ਨਹੀਂ ਮਿਲਦਾ, ਲੇਕਿਨ ਆਰਟੀਕਲ 370 ਨੇ ਲਦਾਖ ਨੂੰ ਵੀ ਮਹਿਫੂਜ਼ ਕੀਤਾ ਹੋਇਆ ਸੀ ਕਿ ਉੱਥੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ, ਜਿਹੜੀ ਬੋਧੀਆਂ ਦੀ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਹੈ, ਉਹਦੇ 'ਚ ਕੋਈ ਡੈਮੋਗ੍ਰਾਫੀ ਚੇਂਜ ਨਹੀਂ ਸੀ ਹੋ ਸਕਦੀ, ਤੇ ਜੇ ਕੋਈ ਬਾਹਰਲੇ ਅੰਬਾਨੀ ਅਡਾਨੀ ਦੂਜੇ ਤੀਜੇ ਆ ਕੇ ਉੱਥੇ ਇਨਵੈਸਟਮੈਂਟ ਦੇ ਨਾਂ ਥੱਲੇ ਉਹਨਾਂ ਦੀਆਂ ਪਹਾੜੀਆਂ ਦੀ ਬਰਬਾਦੀ ਨਹੀਂ ਸੀ ਕਰ ਸਕਦੇ, ਤੇ ਉਹਨਾਂ ਦੀ ਆਬਾਦੀ ਵੀ ਸੇਫ ਸੀ, ਨੌਕਰੀਆਂ ਵੀ ਉਹਨਾਂ ਨੂੰ ਮਿਲ ਰਹੀਆਂ ਸੀ,
ਕੋਈ ਇਹ ਵੀ ਨਹੀਂ ਹੋਇਆ ਵੀ ਲਦਾਖ ਦੇ ਵਿੱਚ ਕਦੇ ਕਮਿਊਨਲ ਵਾਇਲੈਂਸ ਹੋਈ ਹੋਏ। ਈਵਨ ਜਿਹੜਾ ਕਾਰਗਿਲ ਇਲਾਕਾ ਵੀ ਲਦਾਖ ਦਾ ਹਿੱਸਾ ਹੈ, ਉਹ ਇੱਕ ਦੂਸਰੇ ਦੇ ਨਾਲ ਬੜੇ ਪ੍ਰੇਮ ਪਿਆਰ ਨਾਲ ਰਹਿੰਦੇ ਨੇ। ਔਰ ਮੈਨੂੰ ਵੀ ਕਦੇ ਯਾਦ ਨਹੀਂ ਹੈ ਕਿ ਕਸ਼ਮੀਰ ਵਾਦੀ 'ਚ ਵਾਇਲੈਂਸ ਹੋਈ ਜਾਂ ਜੰਮੂ 'ਚ ਡੋਗਰੇ ਸ਼ਰਾਰਤ ਕਰਦੇ ਨੇ। ਲਦਾਖ ਇੱਕ ਪੀਸਫੁਲ ਰਿਹਾ ਔਰ ਉਹਨਾਂ ਨੂੰ ਜਦੋਂ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ, ਉਹਨਾਂ ਨੂੰ ਲੱਗਾ ਕਿ ਵਾਹ ਵਾਹ ਵਾਹ, ਸਾਡੇ ਲਈ ਤਾਂ ਜਿਹੜਾ ਅਸੀਂ ਹੁਣ ਆਪਣੀ ਮੈਜੋਰਿਟੀ ਵਾਲੇ ਇੱਕ ਸੂਬੇ 'ਚ ਹੋਵਾਂਗੇ। ਔਰ ਸਾਡਾ ਪਰ ਹਾਲਾਤ ਇਹ ਹੋ ਗਏ ਨਾ 6-7 ਸਾਲਾਂ 'ਚ, ਉਹਨਾਂ ਨੇ ਦੇਖਿਆ ਕਿ ਭਾਈ ਸਾਡੀ ਡੈਮੋਗ੍ਰਾਫੀ ਵੀ ਬਦਲੀ ਜਾ ਰਹੀ ਹੈ। ਅਜੀਬੋ ਗਰੀਬ ਕਾਲੇ ਪੀਲੇ ਚਿੱਟੇ ਹਰੇ ਲੋਕ ਆ ਕੇ ਇੱਥੇ ਵਸ ਰਹੇ ਨੇ। ਜਿਹੜਾ ਫੈਕਟਰੀਆਂ ਲਾਉਣ ਦੇ ਜਾਂ ਦੂਜੇ ਨਾਂ ਦੇ ਥੱਲੇ ਉਸ ਦੀ ਜਿਹੜੀ ਨੈਚੁਰਲ ਬਿਊਟੀ ਹੈ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ। ਪਰ ਉਹਨਾਂ ਦੀ ਨਾ ਕੋਈ ਵਿਧਾਨ ਸਭਾ ਹੈ, ਨਾ ਕੋਈ ਰਿਪਰੈਜ਼ੈਂਟੇਸ਼ਨ ਹੈ। ਔਰ ਜਿਹੜੀ ਉਹਨਾਂ ਦੀ ਮੰਗ ਬੀਜੇਪੀ ਨੇ ਆਪਣਾ 2019 ਦੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਕਿਹਾ ਸੀ ਵੀ ਅਸੀਂ ਲਦਾਖ ਨੂੰ ਸਟੇਟਹੁੱਡ ਦਾ ਦਰਜਾ ਦੇਵਾਂਗੇ, ਅਸੀਂ ਜਿਹੜਾ ਸਕੈਜੂਅਲ ਸ਼ੈਡਿਊਲ ਇਹਨਾਂ ਦੇ ਇੰਡੀਅਨ ਕਨਸਟੀਟਿਊਸ਼ਨ ਦਾ ਹੈ 6th ਸ਼ੈਡਿਊਲ, ਉਸ ਦੇ ਵਿੱਚ ਲਦਾਖ ਨੂੰ ਸ਼ਾਮਲ ਕਰਾਂਗੇ, ਜਿਹਦੇ ਥੱਲੇ ਫਿਰ ਇਹ ਹੈ ਕਿ ਕੋਈ ਖਾਮ ਖਾ ਕੇ ਉੱਥੇ ਜ਼ਮੀਨਾਂ ਨਹੀਂ ਖਰੀਦ ਸਕਦਾ, ਜਾਂ ਦੂਸਰਾ ਉਸ ਦੀ ਪਿਓਰਿਟੀ ਜਿਹੜੀ ਰਹੇਗੀ ਔਰ ਲੈਂਡ ਪ੍ਰੋਟੈਕਸ਼ਨ ਵੀ ਹੋਏਗੀ। ਹੁਣ ਉਹਨਾਂ ਨੇ ਲਦਾਖ ਨੂੰ ਤਾਂ ਸਟੇਟ ਕੀ ਬਣਾਉਣਾ ਸੀ, ਉਹ ਤਾਂ ਜਿਹੜਾ ਸੁਪਰੀਮ ਕੋਰਟ 'ਚ ਮੰਨੇ ਹੋਏ ਨੇ ਕਿ ਜੰਮੂ ਕਸ਼ਮੀਰ ਨੂੰ ਅਸੀਂ ਬਹੁਤ ਜਲਦੀ ਸਟੇਟ ਦਾ ਦਰਜਾ ਦੇਵਾਂਗੇ, ਉਹ ਵੀ ਨਹੀਂ ਦਿੱਤਾ ਹੈ। ਹੁਣ ਜਦੋਂ 6 ਸਾਲ ਬੀਤ ਗਏ ਨੇ, ਉਹਨਾਂ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਨਹੀਂ, ਹਾਲਾਤ ਜਿਹੜੇ ਨੇ ਉਹ ਜੰਮੂ ਕਸ਼ਮੀਰ ਦੇ ਬਹੁਤ ਖਰਾਬ ਹੋ ਗਏ ਨੇ, ਹੁਣ ਅਸੀਂ ਨਹੀਂ ਕਰ ਸਕਦੇ। ਹੁਣ ਇਹਨਾਂ ਸਾਰਿਆਂ ਨੂੰ ਲੈ ਕੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, ਸੋਨਮ ਵਾਂਗਚੁਕ ਜਿਹੜਾ ਇੰਟਰਨੈਸ਼ਨਲ ਫਿਗਰ ਹੈ, ਲੰਬੇ ਵਕਤ ਤੋਂ ਇਸ ਨੇ ਸਟਰਗਲ ਸ਼ੁਰੂ ਕੀਤੀ ਹੋਈ ਸੀ ਕਿ ਭਾਈ ਸਾਨੂੰ ਰਾਜ ਦਾ ਦਰਜਾ ਦਿਓ, ਸਾਨੂੰ ਜਿਹੜਾ ਕਨਸਟੀਟਿਊਸ਼ਨ ਦਾ ਉਹਨਾਂ ਦਾ ਸਕੈਜੂਅਲ ਹੈ 6th ਸ਼ੈਡਿਊਲ ਕਹਿੰਦੇ ਨੇ ਉੱਥੇ, ਉਸ ਦੇ ਵਿੱਚ ਸ਼ਾਮਲ ਕਰੋ ਔਰ ਸਾਡੀ ਲੈਂਡ ਪ੍ਰੋਟੈਕਸ਼ਨ ਹੋਏ ਨੌਕਰੀਆਂ ਦੇ ਲਈ, ਦੂਸਰਿਆਂ ਦੇ ਲਈ। ਔਰ ਪੀਸਫੁਲੀ ਇੱਕ ਸਟੇਜ 'ਤੇ ਉਹਨਾਂ ਨੇ ਉੱਥੋਂ ਦਿੱਲੀ ਮਾਰਚ ਵੀ ਕਰਨਾ ਚਾਹਿਆ, ਕਿਸਾਨ ਮੂਵਮੈਂਟ ਵੀ ਚੱਲ ਰਹੀ ਸੀ, ਉਸ ਪੀਰੀਅਡ 'ਚ ਵੀ ਉਹਨਾਂ ਨੂੰ ਰਾਜ ਫੜ ਲਿਆ ਸੀ, ਲੇਕਿਨ ਪੀਸਫੁਲੀ, ਕਿਉਂਕਿ ਪ੍ਰਮੁੱਖ ਤੌਰ 'ਤੇ ਸੋਨਮ ਵਾਂਗਚੁਕ ਪੱਕਾ ਗਾਂਧੀਵਾਦੀ ਹੈ, ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ। ਪਰ ਹੁਣ ਉਹਨਾਂ ਨੇ ਪਿਛਲੇ 15 ਦਿਨਾਂ ਤੋਂ ਜਿਹੜਾ ਉਹ ਮਰਨ ਵਰਤ ਰੱਖਿਆ ਹੋਇਆ ਸੀ ਇਹਨਾਂ ਮੰਗਾਂ ਨੂੰ ਲੈ ਕੇ ਕਿ ਵੀ ਅਸਰ ਹੀ ਕੋਈ ਨਹੀਂ। ਉਹ ਸਮਝਦੇ ਨੇ ਵੀ ਹੁਣ ਅਸੀਂ ਵਰਤ ਲਿਆ ਇਹਨਾਂ ਨੂੰ ਕੌਣ, ਅਸੀਂ ਕੀ ਮੰਨਦੇ ਹਾਂ। ਔਰ ਉਹਨਾਂ ਦੇ ਨਾਲ ਹੋਰਨਾਂ ਨੇ ਵੀ ਸਟੂਡੈਂਟਸ ਆ ਕੇ ਜਾਂ ਦੂਸਰੇ ਯੰਗਸਟਰਸ ਬੈਠੇ, ਉਹਨਾਂ ਜੋ 2 ਦੀ ਹਾਲਤ ਕਾਫੀ ਗੰਭੀਰ ਸੀ ਔਰ ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ। ਔਰ ਪਿਛਲੇ ਕੱਲ੍ਹ ਦਾ ਦਿਨ ਉਹਨਾਂ ਨੇ ਦਿੱਤਾ ਸੀ ਕਿ ਵੱਡੇ ਪੈਮਾਨੇ 'ਤੇ ਲਦਾਖ ਦੇ ਵਿੱਚ ਜਿਹੜਾ ਉਹ ਪ੍ਰੋਟੈਸਟ ਕੀਤਾ ਜਾਏਗਾ। ਪਰ ਉਹੀ ਪ੍ਰੋਟੈਸਟ ਜਿਹੜੇ ਨੇ ਉਹ ਇੰਨਾ ਵਾਇਲੈਂਟ ਹੋਏ, ਜਿਵੇਂ ਅਸੀਂ ਕਿਹਾ ਕਿ ਈਵਨ ਗੋਲੀ ਚੱਲੀ, 4-5 ਦੀ ਮੌਤ ਦੀ ਖਬਰ ਹੈ, ਦਰਜਨਾਂ ਜ਼ਖਮੀ ਨੇ ਔਰ ਵੱਡੇ ਪੈਮਾਨੇ 'ਤੇ ਅਗਜ਼ਨੀ ਔਰ ਦੂਸਰਾ ਹੋਇਆ, ਜਿਹਨੂੰ ਸੋਨਮ ਵਾਂਗਚੁਕ ਨੇ ਇਹ ਕਿਹਾ ਕਿ ਬਈ ਇਹ ਜਿਹੜਾ ਜਨਰਲ ਜ਼ੀ ਜਨਰੇਸ਼ਨ ਜਿਹੜੀ ਹੈ ਉਹ ਉਸ ਨੇ ਹੀ ਆਪਣਾ ਕੀਤਾ ਕੰਮ। ਹਾਲਾਂਕਿ ਇਸ ਵਾਇਲੈਂਸ ਨੂੰ ਦੇਖ, ਕਿਉਂਕਿ ਜਿਵੇਂ ਮੈਂ ਕਿਹਾ ਕਿ ਸੋਨਮ ਵਾਂਗਚੁਕ ਪੂਰੀ ਤਰ੍ਹਾਂ ਪੀਸਫੁਲ ਤਰੀਕੇ 'ਚ ਬਿਲੀਵ ਕਰਦੇ ਨੇ, ਉਹਨਾਂ ਨੇ ਆਪਣੀ ਐਜੀਟੇਸ਼ਨ ਸਸਪੈਂਡ ਕਰ ਦਿੱਤੀ ਹੈ। ਪਰ ਇਸ ਨੇ ਇੱਕ ਵਾਰ ਦੁਨੀਆ ਦਾ ਧਿਆਨ, ਔਰ ਜਿਵੇਂ ਅਸੀਂ ਦੇਖਦੇ ਹਾਂ ਵੀ ਹੁਣ ਉਹ ਲਦਾਖ ਜਿਸ ਦੇ ਉੱਤੇ ਚੀਨ ਦਾ ਦਾਅਵਾ ਹੈ, ਜਿਹੜਾ ਲਦਾਖ ਕਰੂਸ਼ਲ ਹੈ, ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਵਾਲਾ ਸਾਰਾ ਰਾਊਟ ਹੈ ਉਹਦੇ ਲਈ, ਜਿਹੜਾ ਲਦਾਖ ਸਿੱਧੇ ਤੌਰ 'ਤੇ ਸੈਂਟਰ ਨੇ ਜਦੋਂ 2019 ਦੇ ਵਿੱਚ ਇਹਨਾਂ ਨੇ ਉਸ ਦੇ ਉੱਤੇ ਆਪਣਾ ਕਬਜ਼ਾ ਜਮਾਇਆ ਤੇ ਚੀਨ ਨੇ ਇਸ ਦਾ ਵਿਰੋਧ ਕੀਤਾ ਸੀ, ਕਿਉਂਕਿ ਦੁਨੀਆ ਦੇ ਵਿੱਚ ਜਦੋਂ ਜੰਮੂ ਕਸ਼ਮੀਰ ਦਾ ਮੁੱਦਾ ਇਨ ਟੋਟੈਲਿਟੀ, ਉਹਦੇ ਜੰਮੂ ਵੀ, ਕਸ਼ਮੀਰ ਵਾਦੀ ਵੀ ਔਰ ਲਦਾਖ ਵੀ, ਇਹ ਇੱਕ ਕੰਪੈਕਟ ਜਿਹੜਾ ਡਿਸਪਿਊਟਡ ਟੈਰੀਟੋਰੀ ਹੈ। ਤੇ ਜੇ ਡਿਸਪਿਊਟਡ ਟੈਰੀਟਰੀ ਦੇ ਤੌਰ ਦੇ ਉੱਤੇ ਜਿਹੜਾ ਇਹਨਾਂ ਨੇ ਲਦਾਖ ਨੂੰ ਸਿੱਧਾ ਯੂਨੀ ਟੈਰੀਟਰੀ ਬਣਾ ਕੇ ਉਹਦਾ ਡਿਸਪਿਊਟਡ ਟੈਰੀਟਰੀ ਸਟੇਟਸ ਖਤਮ ਕਰ ਦਿੱਤਾ ਹੈ। ਔਰ ਇਹ ਖਤਮ ਕਰਨ ਤੋਂ ਬਾਅਦ ਅਮਿਤ ਸ਼ਾਹ ਨੇ ਅੱਡੀਆਂ ਚੁੱਕ ਕੇ ਉਸ ਜਿਹੜਾ ਰਾਜ ਸਭਾ ਦੇ ਵਿੱਚ ਇਹ ਕਿਹਾ ਸੀ ਇਸ ਗੈਂਡੇ ਨੇ ਕਿ ਹੁਣ ਅਸੀਂ ਜਿਹੜਾ ਅਕਸਾਈ ਚਿੰਨ੍ਹ ਵੀ ਲਵਾਂਗੇ, ਜਿਹੜਾ 42,000 ਸਕੁਅਰ ਕਿਲੋਮੀਟਰ ਦੱਬਿਆ ਹੋਇਆ ਚੀਨ ਨੇ। ਔਰ ਚੀਨ ਨੇ ਉਹਦਾ ਫਿਰ 2019 'ਚ ਇਹਨਾਂ ਨੇ ਇਹ ਕਰਤੂਤ ਕੀਤੀ ਤੇ ਜੂਨ 2020 ਗਲਵਾਨ ਦੇ ਵਿੱਚ ਚੀਨ ਨੇ ਇਹਨਾਂ ਦਾ ਚੰਗੀ ਤਰ੍ਹਾਂ ਜਿਹੜਾ ਉਹ ਸਿਰ ਭੰਨਿਆ
ਔਰ ਉਸ ਤੋਂ ਬਾਅਦ ਕੀ ਹੋਇਆ ਹਰ ਇੱਕ ਨੂੰ ਪਤਾ, 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਉਹ ਡੈਮਚੌਂਗ, ਡੈਮਸੌਂਗ, ਪੈਂਗਸੌਂਗ ਲੇਕ, ਉਹ ਸਾਰੇ 'ਚ ਉਹਨਾਂ ਨੇ ਹਥਿਆਈ ਹੋਈ ਹੈ। ਹੁਣ ਇਹ ਡਿਵੈਲਪਮੈਂਟ ਜਦੋਂ ਕਿ ਅੰਦਰੂਨੀ ਹੈ, ਇਹ ਸ਼ੋਅ ਕਰਦੀ ਹੈ ਵੀ ਮਨੀਪੁਰ ਵੀ ਇਹਨਾਂ ਦੇ ਹੱਥੋਂ ਨਿਕਲਿਆ ਹੋਇਆ ਹੈ। ਨਾਰਥ ਈਸਟ ਦੀਆਂ 7 ਸਟੇਟਾਂ ਦੇ ਨਾਲ ਕਮਿਊਨੀਕੇਸ਼ਨ ਕਰਕੇ ਇੱਕ ਬਿਜ਼ਨਸ ਰਿਲੇਸ਼ਨਸ਼ਿਪ ਬਣਾਉਣ ਦੀ ਗੱਲ ਈਵਨ ਮੁਹੰਮਦ ਯੂਨਸ ਨੇ ਇੱਥੇ ਉਹਨਾਂ ਜਿਹੜੇ ਸਰਜੀ ਗੌਰ ਅਮਰੀਕਾ ਦਾ ਐਂਬੈਸਡਰ ਇੰਡੀਆ 'ਚ ਲਾਇਆ ਔਰ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦਾ ਐਨਵਾਏ ਵੀ ਬਣਾਇਆ, ਉਹਦੇ ਨਾਲ ਕੀਤੀ ਹੈ। ਇਸ ਮੂਮੈਂਟ ਤੇ ਲੱਦਾਖ ਦੇ ਵਿੱਚ ਸਡਨ ਹੋਣਾ ਇੱਕਦਮ ਇੰਡੀਅਨ ਮਿਨਿਸਟਰਾਂ ਨੇ ਔਰ ਬੀਜੇਪੀ ਨੇ ਸਾਜ਼ਿਸ਼ ਹੁਣ ਦੱਸੋ ਇਹ ਕਿਹਦੀ ਸਾਜ਼ਿਸ਼ ਹੈ? ਚੀਨ ਦੀ ਹੈ ਜਿਹੜਾ ਲੱਦਾਖ ਨੂੰ ਆਪਣਾ ਹਿੱਸਾ ਮੰਨਦਾ ਹੈ ਇਨਸੈਪਰੇਬਲ, ਜਾਂ ਅਮਰੀਕਾ ਦੀ ਹੈ ਜਿਹੜਾ ਅਮਰੀਕਾ ਜਾ ਕੇ ਨੇਪਾਲ 'ਚ ਵੀ ਬੈਠਾ ਹੈ, ਬੰਗਲਾਦੇਸ਼ ਦੀ ਫੌਜ ਨਾਲ ਵੀ ਜੁਆਇੰਟ ਐਕਸਰਸਾਈਜ਼ ਕਰ ਰਹੇ ਨੇ। ਘੱਟੋ ਘੱਟ ਪਾਕਿਸਤਾਨ ਦੀ ਤਾਂ ਨਹੀਂ ਹੈ। ਕਸ਼ਮੀਰਵਾਦੀ 'ਚ ਤਾਂ ਹਿੰਸਾ ਦਾ ਨਾਂ ਪਾਕਿਸਤਾਨ ਨੂੰ ਜੋੜਿਆ ਜਾਂਦਾ। ਕੋਈ ਵੱਡੀ ਗੱਲ ਨਹੀਂ, ਉੱਥੇ ਕਹਿ ਦੇਣ ਕਿ ਜੀ ISI ਵਾਲਿਆਂ ਨੇ ਜਿਹੜਾ ਉਹ ਇੱਲ ਦੇ ਖੰਭਾਂ ਦੇ ਉੱਤੇ ਚੜ੍ਹ ਕੇ ਆਪਣੇ ਜਿਹੜੇ ਨੇ ਉਹ ਜਾਨ ਨਿਸਾਰ ਉੱਥੇ ਭੇਜ ਦਿੱਤੇ ਨੇ ਜਿਨ੍ਹਾਂ ਨੇ ਅੱਗਾਂ ਲਾ ਦਿੱਤੀਆਂ ਨੇ। ਸੋ ਕੁੱਲ ਮਿਲਾ ਕੇ ਇਹ ਗੱਲ ਦੱਸਦੀ ਹੈ ਕਿ ਦਿੱਲੀ ਦੇ ਹਾਕਮ ਇਹ ਨਹੀਂ ਕਿ ਬੇਖਬਰ ਨੇ ਵੀ ਕੀ ਹੋ ਰਿਹਾ, ਕਿਸ ਕਦਰ ਤਾਕਤ ਦੇ ਨਸ਼ੇ ਵਿੱਚ ਚੂਰ ਨੇ ਕਿ ਜਿਹੜੀ ਜ਼ਮੀਨੀ ਹਕੀਕਤ ਹੈ ਉਹਨੂੰ ਉਹ ਸਮਝਣ ਤੋਂ ਇਨਕਾਰੀ ਨੇ। ਔਰ ਜਿਸ ਲੈਵਲ ਦੇ ਉੱਤੇ ਲੱਦਾਖ ਦੇ ਵਿੱਚ ਇਹ ਯੰਗ ਜਨਰੇਸ਼ਨ ਖਲੋਤੀ ਹੈ, ਇਹ ਬੇਸ਼ੱਕ ਦਬਾ ਲੈਣਗੇ, ਕਰਫਿਊ ਲਾ ਦਿੱਤਾ ਹੈ, ਦੂਸਰੇ ਕਰਨਗੇ, ਉਹਨਾਂ ਨੂੰ ਅੰਦਰ ਸੁੱਟ ਦੇਣਗੇ ਔਰ ਸੋਨਮ ਵਾਂਗਚੁਕ ਨੂੰ ਵੀ ਗ੍ਰਿਫਤਾਰ, ਪਰ ਹੁਣ ਲੱਦਾਖ ਦੇ ਵਿੱਚ ਵੀ ਅਲਟੀਮੇਟਲੀ ਆਰਮਡ ਸਟਰਗਲ, ਹਥਿਆਰਬੰਦ, ਜਿਵੇਂ ਮੈਂ ਕਿਹਾ ਕਿ ਭਾਵੇਂ ਬੁੱਧਿਜ਼ਮ ਦੇ ਵਿੱਚ ਹਿੰਸਾ ਪਰਮੋ ਧਰਮ ਹੈ, ਪਰ ਅਲਟੀਮੇਟਲੀ ਥਾਈਲੈਂਡ, ਸ੍ਰੀਲੰਕਾ, ਇਹ ਸਾਰਿਆਂ ਤੋਂ ਜੇ ਅਸੀਂ ਦੇਖੀਏ ਤਾਂ ਹੁਣ ਲੱਦਾਖ ਦਾ ਇਹ ਪੀਸਫੁਲ ਰੀਜਨ ਵੀ ਜਿਹੜਾ ਹੈ ਇਹ ਭਾਰਤੀ ਸਰਕਾਰ ਦੀ ਨੀਤੀਆਂ ਦੀ ਬਦੌਲਤ ਇੱਕ ਹਥਿਆਰਬੰਦ ਸੰਘਰਸ਼ ਦਾ ਅੱਡਾ ਬਣੇਗਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।